ਪਗ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਾਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ। ਧਰੋਂ ਧਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਭਾਜ ਗਏ ਤਜ ਲਾਜ ਕੋ ਸਿੱਧ ਸਮਾਜ ਮਝਾਰ। ਜਾਨੀ ਗੋਰਖ ਬਾਰਤਾ ਬੋਲਿਓ ਕੁਛ ਰਿਸ ਧਾਰ। ਭਾਜ ਗਏ ਤਜ ਲਾਜ ਕੋ। ਸਤਿਗੁਰੂ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਜਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਭਨਾਂ ਦੀ ਇੱਜ਼ਤ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਸਭਨਾਂ ਦੇ ਸਾਂਝੇ ਸੱਚੇ ਪਾਤਸ਼ਾਹ ਮੁਕਤ ਭੁਗਤ ਜੁਗਤ ਦੇ ਦਾਤੇ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ ਹਾਜ਼ਰਾ ਹਜੂਰ ਜਹਰਾ ਜਹੂਰ ਸੱਚੇ ਪਾਤਸ਼ਾਹ। ਧੰਨ 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 ਸੱਚੇ ਪਾਤਸ਼ਾਹ। ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਜੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਸੰਗਤ ਜੀ, ਆਪ ਜੀ ਆਪਾਂ ਸਾਰੇ ਗੁਰੂ ਜੀ ਦੇ ਚਰਨਾਂ ਦੇ ਵਿੱਚ ਬੈਠੇ ਹਾਂ। ਗੁਰੂ ਜੀ ਦੀ ਹਜ਼ੂਰੀ ਦਾ ਆਨੰਦ ਮਾਣ ਰਹੇ ਹਾਂ। ਸਤਿਗੁਰੂ ਜੀ ਦੀ ਲੜੀਵਾਰ ਕਥਾ
ਗੁਰੂ ਜੀ ਦੇ ਪਵਿੱਤਰ ਇਤਿਹਾਸ ਦੀ ਕਥਾ, ਜੋ ਕਿ ਬਹੁਤ ਸੇਧਾਂ ਭਰੀ ਕਥਾ ਹੈ, ਉਹ ਆਪਾਂ ਸਰਵਣ ਕਰ ਰਹੇ ਹਾਂ। ਹਜੂਰ ਗਰੀਬ ਨਵਾਜ਼ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ, ਪਿਆਰ ਨਾਲ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੱਚੇ ਪਾਤਸ਼ਾਹ ਸਤਿਗੁਰੂ ਜੀ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਲੜੀਵਾਰ ਕਥਾ ਆਪ ਦੀ ਸਰਵਣ ਕਰ ਰਹੇ ਹੋ। ਗਰੀਬ ਨਵਾਜ਼ ਜੀ ਸ੍ਰੀ ਨਾਨਕ ਮੱਤੇ ਦੀ ਧਰਤੀ ਤੇ ਪਹੁੰਚੇ ਹਨ ਜੀ। ਉੱਥੇ ਜਾ ਕੇ ਮਹਾਰਾਜ ਜੀ ਨੇ ਉਸ ਰੁੱਖ ਨੂੰ ਮੁੜ ਹਰਿਆ ਭਰਿਆ ਕੀਤਾ। ਜਿਹੜੇ ਜੋਗੀ ਕੁਝ ਰਹਿੰਦੇ ਸਨ ਨਾ ਉੱਥੇ, ਉਹ ਉੱਥੋਂ ਭੱਜ ਗਏ ਗੁਰੂ ਜੀ ਨੂੰ ਦੇਖ ਕੇ, ਤੇ ਆਪਣੇ ਗੁਰੂ ਗੋਰਖਨਾਥ ਕੋਲ ਪਹੁੰਚ ਗਏ। ਗੋਰਖਨਾਥ ਨੂੰ ਉਹਨਾਂ ਦੱਸਿਆ ਕਿ ਜੇ ਤੇ ਕੋਈ ਹੋਰ ਰਾਜਾ ਫੌਜ ਵਾਲਾ ਹੁੰਦਾ, ਅਸੀਂ ਉਹਨੂੰ ਆਪਣੀਆਂ ਸ਼ਕਤੀਆਂ ਨਾਲ ਭਜਾ ਦੇਣਾ ਸੀ, ਪਰ ਇਹਨਾਂ ਦੇ ਅੱਗੇ ਸਾਡੀ ਸ਼ਕਤੀ ਨਹੀਂ ਚੱਲਣੀ, ਤੁਸੀਂ ਕੁਝ ਕਰੋ। ਗੋਰਖਨਾਥ ਨੇ ਇਹੋ ਗੱਲ ਆਖੀ। ਗੋਰਖਨਾਥ ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਜੀ ਦੇ ਨਾਲ ਮੇਲਾ ਹੀ ਚੰਗੀ ਗੱਲ ਹੈਗੀ ਹੈ। ਗੁਰੂ ਨਾਨਕ ਸਾਹਿਬ ਜੀ ਦੇ ਨਾਲ ਮਿਲ ਕੇ ਰਹੀਏ ਤੇ ਚੰਗੀ ਗੱਲ ਹੈਗੀ ਹੈ। ਜੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਅੜੀਏ, ਇਹ ਚੰਗੀ ਗੱਲ ਨਹੀਂ ਹੈਗੀ ਜੀ। ਰਾਜਸਥਾਨ ਦੇ ਵਿੱਚ ਸਾਧ ਸੰਗਤ ਜੀ ਇਲਾਕਾ ਹੈ, ਉਥੋਂ ਜੋਧਪੁਰ ਮਹਾਰਾਜ ਗੁਰੂ ਨਾਨਕ ਸਾਹਿਬ ਪਹੁੰਚੇ। ਜੋਧਪੁਰ ਤੋਂ ਉਹਨਾਂ ਦੀ 65 ਕਿਲੋਮੀਟਰ 65 ਮੀਲ ਦੀ ਦੂਰੀ ਤੇ ਇੱਕ ਪਾਣੀ ਦਾ ਜੌੜ ਸੀਗਾ ਜੀ। ਤੁਸੀਂ ਆਪ ਸਿਆਣੇ ਬੈਠੇ ਹੋ ਮੇਰੇ ਤੋਂ ਵੱਧ। ਜੌੜ ਕਹਿੰਦੇ ਸੀ ਜਿਵੇਂ ਬੁੱਢਾ ਜੌੜ ਹੈ, ਖਲੋਤਾ, ਡੂੰਘ ਹੋਣਾ, ਕਾਫੀ ਡੂੰਘੀ ਜਗ੍ਹਾ ਹੋਣੀ, ਤੇ ਉਹਦੇ ਤੇ ਪਾਣੀ ਖਲੋ ਜਾਣਾ ਜੀ, ਉਹਨੂੰ ਜੌੜ ਕਹਿੰਦੇ ਜੀ। ਉੱਥੇ ਵੀ ਬੜੇ ਜੋਗੀ ਰਹਿੰਦੇ ਹੁੰਦੇ ਸੀਗੇ ਜੀ। ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਉੱਥੇ ਗਏ ਜੀ। ਮਹਾਰਾਜ ਜੀ ਦਾ ਫੁਰਨਾ ਬਣਿਆ ਵੀ ਉਹਨਾਂ ਨੂੰ ਸਿੱਧੇ ਰਸਤੇ ਪਾ ਕੇ ਆਈਏ, ਕਿਉਂ ਮਹਾਰਾਜ ਤੇ ਪਰਮੇਸ਼ਰ ਆਏ ਹੀ ਦੁਨੀਆ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਆ ਜੀ। ਉਹਨਾਂ ਨੂੰ ਸਿੱਧੇ ਰਸਤੇ ਪਾ ਕੇ ਆਈਏ। ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਪਹੁੰਚੇ, ਉੱਥੇ ਹਜ਼ਾਰਾਂ ਦੀ ਗਿਣਤੀ 'ਚ ਜੋਗੀ ਹੈਗੇ ਸੀਗੇ ਜੀ, ਹਜ਼ਾਰਾਂ ਦੀ ਗਿਣਤੀ 'ਚ। ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਕੀਰਤਨ ਕੀਤਾ ਜੀ। ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਪੜ੍ਹਿਆ, ਸ਼ਬਦ ਦੀ ਕਰਾਮਾਤ ਵਰਤੀ। ਬਹੁਤ ਸਾਰੇ ਲੋਕ ਤੇ ਜੋਗੀ ਆ ਕੇ ਸ਼ਬਦ ਸੁਣਨ ਲੱਗ ਪਏ ਜੀ। ਜਿਹੜਾ ਉਹਨਾਂ ਦਾ ਮੁਖੀ ਸੀ ਨਾ ਜੀ, ਉਹ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਦਾ ਵੀ ਤੂੰ ਕੌਣ ਹੈ, ਕਿੱਥੋਂ ਆਇਆ ਤੇ ਕੀ ਕਰਦਾ ਹੁੰਦਾ। ਮਹਾਰਾਜ ਕਹਿਣ ਲੱਗੇ, ਸਾਡਾ ਨਾਮ ਨਾਨਕ ਨਿਰੰਕਾਰੀ ਹੈ, ਨਿਰੰਕਾਰ ਦੇ ਦੇਸ਼ ਵਿੱਚੋਂ ਆਏ ਆ। ਕਹਿੰਦਾ ਕਰਦਾ ਕੀ ਹੁੰਨਾ, ਬੜਾ ਔਖਾ ਜਿਹਾ ਬੋਲੇ। ਮਹਾਰਾਜ ਕਹਿੰਦੇ ਹਉਮੈ ਦੀ ਬਿਮਾਰੀ ਦਾ ਇਲਾਜ ਕਰਦੇ ਹੁੰਦੇ ਅਸੀਂ। ਆਖੋ ਵਾਹਿਗੁਰੂ ਵਾਹਿਗੁਰੂ। ਇਹ ਕੰਮ ਕਰਦੇ ਅਸੀਂ, ਕਹਿਣ ਲੱਗੇ ਹੈਂ। ਮਹਾਰਾਜ ਨੇ ਜਦੋਂ ਇਸ ਤਰ੍ਹਾਂ ਆਖਿਆ ਨਾ ਜੀ, ਉਹ ਬੜਾ ਤੱਤਾ ਠੰਡਾ ਹੋ ਗਿਆ ਜੀ। ਹਾਂਜੀ, ਕਹਿੰਦਾ ਕੋਈ ਕਰਾਮਾਤ ਆਉਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਪਰਮੇਸ਼ਰ ਵਰਤਾਵੇ ਤੇ ਕਰਾਮਾਤ ਵੀ ਵਰਤ ਜਾਂਦੀ ਹੈ। ਪਰ ਮਹਾਰਾਜ ਕਹਿੰਦੇ ਕਰਾਮਾਤ ਕੀ ਹੁੰਦੀ ਹੈ। ਕਹਿੰਦਾ ਵੇਖੋ ਕਿੱਡਾ ਭੋਲਾ, ਇਹਨੂੰ ਪਤਾ ਹੀ ਨਹੀਂ ਵੀ ਕਰਾਮਾਤ ਕੀ ਹੁੰਦੀ ਹੈ, ਜਿਹੜਾ ਵੱਡਾ ਜੋਗੀ ਸੀਗਾ। ਤੇ ਕਹਿੰਦਾ ਵੀ ਮੈਂ ਵਿਖਾਉਣਾ ਤੈਨੂੰ ਕਰਾਮਾਤ। ਹਾਂਜੀ, ਉਹ ਪਾਣੀ ਖਲੋਤਾ ਹੋਇਆ ਸੀ, ਜੌੜ ਸੀ ਨਾ ਜੀ, ਪਾਣੀ ਖਲੋਤਾ ਸੀ ਉੱਥੇ ਜੀ। ਤੇ ਉਹ ਵੱਡਾ ਜਿਹੜਾ ਸਿੱਧ ਸੀ ਨਾ ਜੀ ਜੋਗੀ, ਉਹ ਪਾਣੀ ਦੇ ਉੱਤੇ ਬੈਠ ਗਿਆ ਜੀ, ਤੇ ਡੁੱਬਿਆ ਨਹੀਂ ਜੀ। ਜਿਵੇਂ ਬੇੜੀ ਨਹੀਂ ਪਾਣੀ ਤੇ ਤਰਦੀ ਜੀ, ਉਵੇਂ ਉਹ ਵੀ ਤਰਨ ਲੱਗ ਪਿਆ ਜੀ। ਬੜੇ ਆਨੰਦ ਨਾਲ ਬੈਠਾ। ਲੋਕ ਵੇਖ ਕੇ ਵਾਹਿਗੁਰੂ ਵਾਹਿਗੁਰੂ ਕਰਨ, ਭਾਵ ਰੱਬ ਦਾ ਨਾਮ ਲੈ ਵੀ ਐਡੀ ਕਰਾਮਾਤ। ਸ਼ਕਤੀਆਂ ਤਾਂ ਹੈਗੀਆਂ ਸੀ, ਸਿੱਧੀਆਂ ਤੇ ਹੈ ਸੀ, ਵੀ ਬੜੀ ਸ਼ਕਤੀ ਕਰਾਮਾਤ ਹੈਗੀ ਇਹਦੇ 'ਚ। ਉਹ ਸੰਗਤ ਜੀ ਖੇਡੇ ਵਰਤੀ। ਮਹਾਰਾਜ ਨੂੰ ਉਹਨੇ ਕਰਾਮਾਤ ਵਿਖਾ ਕੇ ਕਹਿੰਦੇ ਵੀ ਆਹ ਹੁੰਦੀ ਕਰਾਮਾਤ। ਮਹਾਰਾਜ ਕਹਿੰਦੇ ਅੱਛਾ ਠੀਕ ਹੈ। ਮਹਾਰਾਜ ਕਹਿੰਦੇ ਜੋਗੀ ਇਹ ਦੱਸ, ਪੱਥਰ ਪਾਣੀ 'ਚ ਡੁੱਬਦੇ ਕਿ ਤਰ ਜਾਂਦੇ ਆ। ਕਹਿੰਦਾ ਵੇਖੋ ਕਿੱਡੇ ਭੋਲੇ ਹੈਗੇ, ਇਹੋ ਹੀ ਨਹੀਂ ਪਤਾ ਵੀ ਪੱਥਰ ਡੁੱਬ ਜਾਂਦੇ ਆ। ਹੈਂ, ਮਹਾਰਾਜ ਨੂੰ ਕਹਿੰਦਾ ਵੇਖੋ ਲੋਕੋ ਕਿੱਡੇ ਭੋਲੇ ਹੈਗੇ, ਇਹਨਾਂ ਨੂੰ ਇੰਨਾ ਹੀ ਨਹੀਂ ਪਤਾ। ਹਜ਼ਾਰਾਂ ਦੀ ਗਿਣਤੀ 'ਚ ਉੱਥੇ ਸੰਗਤ ਜੀ ਜੋਗੀ ਰਹਿੰਦੇ ਸੀਗੇ। ਤੇ ਬੜਾ ਵੱਡਾ ਕੁੰਡਾ ਬਣਾਇਆ ਸੀ ਉਹਨਾਂ, ਕੁੰਡਾ ਜੀ ਸ਼ਰਦਾਈ ਰਗੜਨ ਵਾਲਾ, ਪੱਥਰ ਨੂੰ ਹੀ ਖੋਦਿਆ ਸੀਗਾ ਜੀ, ਵਿੱਚੋਂ ਕੱਢਿਆ ਸੀ, ਤਰਾਸ਼ਿਆ ਸੀਗਾ ਜੀ।
ਤੇ ਘੱਟੋ ਘੱਟ ਨਹੀਂ 100 ਜੋਗੀ ਮਿਲ ਕੇ ਕਰਾਮਾਤ ਨਾਲ ਉਹਨੂੰ ਹਿਲਾਉਂਦਾ ਸੀ, ਉਂਝ ਨਹੀਂ ਉਹ ਹਿਲਦਾ ਸੀਗਾ ਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਰੱਬ ਕਈ ਵਾਰੀ ਕਰਾਮਾਤ ਵਿਖਾ ਦਿੰਦਾ ਹੁੰਦਾ। ਮਹਾਰਾਜ ਕਹਿੰਦੇ ਮਰਦਾਨਿਆ ਉਹ ਜਿਹੜਾ ਕੁੰਡਾ ਨਾ ਉਹ ਚੁੱਕ ਕੇ ਲੈ ਕੇ ਆ। ਆਖੋ ਵਾਹਿਗੁਰੂ ਵਾਹਿਗੁਰੂ। ਤੇ ਚੁੱਕ ਕੇ ਵੀ ਖੱਬੇ ਹੱਥ ਨਾਲ ਲੈ ਕੇ ਆਉਣਾ ਹੀ। ਹੁਣ ਤੁਹਾਨੂੰ ਪਤਾ ਖੱਬੇ ਹੱਥ ਨਾਲ ਚੁੱਕਿਆ ਨਹੀਂ ਜਾਂਦੀ, ਕੋਈ ਛੇਤੀ ਭਾਰੀ ਚੀਜ਼ ਨਹੀਂ ਖੱਬੇ ਹੱਥ ਨਾਲ ਚੁੱਕੀ ਜਾਂਦੀ। ਸੱਜੇ ਹੱਥ ਦੀ ਵਰਤੋਂ ਅਸੀਂ ਜ਼ਿਆਦਾ ਕਰਦੇ ਹਾਂ। ਉਹ ਕਹਿੰਦਾ ਵੇਖੋ ਕਿੱਡੇ ਭੋਲੇ ਹੈਗੇ, ਆਹ ਮਾੜੂ ਜਿਹਾ ਕਹਿੰਦੇ ਚੁੱਕੇਗਾ। ਜਿਹੜਾ 100 ਬੰਦੇ ਮਿਲ ਕੇ ਮਸਾਂ ਹਿਲਾਉਂਦੇ ਆ, ਇੱਕ ਥਾਂ ਤੋਂ ਪਰਾਂ ਕਰਦੇ ਆ, ਉਹ ਪੱਥਰ ਕੁੰਡਾ ਇਹ ਮਾੜੂ ਜਿਹਾ ਕਰੇਗਾ। ਤੇ ਮਹਾਰਾਜ ਭਾਈ ਮਰਦਾਨਾ ਜੀ ਨੂੰ ਕਹਿੰਦੇ ਮਰਦਾਨਿਆ ਚੇਤਾ ਰੱਖ, ਜਦੋਂ ਕੁੰਡਾ ਫੜਨਾ ਨਾ ਜਾ ਕੇ ਤੇ ਰਸਤੇ 'ਚ 7 ਕਰਤਾਰ ਕਰਦੇ ਜਾਣਾ। ਤੇ ਭਾਈ ਮਰਦਾਨਾ ਜੀ ਵੀ ਬੜੇ ਸਿਆਣੇ ਸੀਗੇ ਜੀ। ਭਾਈ ਮਰਦਾਨਾ ਜੀ ਆਮ ਬੰਦੇ ਥੋੜ੍ਹੀ ਹੈਗੇ ਸੀਗੇ ਜੀ, ਨਿਰੰਕਾਰ ਦੇ ਸੰਗੀ ਨੇ। ਭਾਈ ਮਰਦਾਨਾ ਜੀ ਕਹਿਣ 7 ਕਰਤਾਰ ਧੰਨ ਗੁਰੂ ਨਾਨਕ, 7 ਕਰਤਾਰ ਧੰਨ ਗੁਰੂ ਨਾਨਕ, 7 ਕਰਤਾਰ ਧੰਨ ਗੁਰੂ ਨਾਨਕ। ਇਹ ਕਹਿੰਦੇ ਗਏ ਖੱਬਾ ਹੱਥ ਕੁੰਡੇ ਨੂੰ ਪਾਇਆ ਜੀ, ਖੱਬਾ ਹੱਥ ਜੀ। ਜਿਹੜਾ ਕੁੰਡਾ 100 ਜਣੇ ਮਿਲ ਕੇ ਮਸਾਂ ਹੀ ਹਿਲਾ ਕੇ ਦੂਜੀ ਥਾਂ ਖੜਦੇ ਹੁੰਦੇ ਸੀਗੇ, ਭਾਈ ਮਰਦਾਨਾ ਜੀ ਨੇ ਇੰਨਾ ਵੱਡਾ ਕੁੰਡਾ ਖੱਬੇ ਹੱਥ ਨਾਲ ਹੀ ਚੁੱਕ ਲਿਆ ਜੀ। ਹਾਂਜੀ, ਮਹਾਰਾਜ ਕਹਿੰਦੇ ਪਾ ਜੋੜ ਵਿੱਚ, ਕਹਿਣ ਲੱਗੇ ਪਾਣੀ ਤੇ ਪਾ। ਹਾਂਜੀ, ਤੇ ਉਹ ਨਾ ਜੀ ਕੁੰਡਾ ਡੁੱਬਣਾ ਹੀ ਸੀਗਾ ਜੀ, ਭਾਰਾ ਬਹੁਤ ਸੀਗਾ। ਪਰ ਗੁਰੂ ਨਾਨਕ ਸਾਹਿਬ ਨੇ ਪਾਈ ਦ੍ਰਿਸ਼ਟੀ ਤੋਂ ਤਰਨ ਲੱਗ ਪਿਆ ਜੀ ਉੱਤੇ ਜੀ, ਉਹ ਤਰਨ ਲੱਗ ਪਿਆ ਜੀ। ਹਾਂਜੀ, ਬਾਣੀ ਕਹਿੰਦੀ ਹੈ ਨਾ, ਹਾਂਜੀ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇ ਔਗੁਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਡੁੱਬਦੇ ਪੱਥਰਾਂ ਨੂੰ ਕੋਈ ਨਹੀਂ ਤਾਰ ਸਕਦਾ ਸਿਵਾਏ ਗੁਰੂ ਨਾਨਕ ਤੋਂ ਜੀ। ਪ੍ਰਭ ਭਾਵੈ ਤਾਂ ਪਾਥਰ ਤਰਾਵੈ। ਉਹਨੇ ਵੇਖਿਆ ਜੀ, ਉਹ ਮੰਨ ਗਿਆ ਜੀ। ਉਹ ਜੋਗੀ ਮਹਾਰਾਜ ਦੇ ਚਰਨਾਂ ਤੇ ਝੁਕ ਗਿਆ ਗੁਰੂ ਨਾਨਕ ਸਾਹਿਬ ਜੀ ਦੇ। ਕਹਿੰਦਾ ਮਹਾਰਾਜ ਮੈਨੂੰ ਪੁੱਛੋ ਤੁਸੀਂ ਕੌਣ ਜੇ? ਤੁਸੀਂ ਕਹਿੰਦੇ ਨਾ ਮੈਂ ਨਿਰੰਕਾਰ ਦੇ ਦੇਸ਼ ਚੋਂ ਆਇਆ। ਮਹਾਰਾਜ ਤੁਸੀਂ ਨਿਰੰਕਾਰ ਦੇ ਦੇਸ਼ ਚੋਂ ਆਏ, ਤੁਸੀਂ ਆਪ ਹੀ ਨਿਰੰਕਾਰ ਤੇ ਕਹਿਣ ਲੱਗਾ। ਸਾਰੇ ਹੀ ਮਹਾਰਾਜ ਦੇ ਚਰਨਾਂ ਤੇ ਟਹਿ ਪਏ ਜੀ। ਗੁਰੂ ਨਾਨਕ ਸਾਹਿਬ ਬੜੇ ਵੱਡੇ ਸਤਿਗੁਰੂ ਆਏ, ਬੜੇ ਵੱਡੇ ਮਾਲਕ ਸੱਚੇ ਪਾਤਸ਼ਾਹ ਹੋਏ। ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਨਾਨਕ ਸਾਹਿਬ ਤੋਂ ਵੱਡਾ ਹੈ ਹੀ ਕੋਈ ਨਹੀਂ ਜੀ, ਹੈ ਹੀ ਕੋਈ ਨਹੀਂ ਜੀ। ਗੋਰਖਨਾਥ ਨੇ ਸਿੱਧਾਂ ਨੂੰ ਆਖਿਆ, ਜੋਗੀਆਂ ਨੂੰ ਆਖਿਆ, ਗੁਰੂ ਨਾਨਕ ਸਾਹਿਬ ਨਾਲ ਅੜਨਾ ਨਹੀਂ, ਉਹਨਾਂ ਦੇ ਪੰਥ ਨਾਲ ਅੜਨਾ ਨਹੀਂ, ਇਹਨਾਂ ਨਾਲ ਮੇਲ ਹੀ ਚੰਗਾ ਹੈਗਾ ਜੀ, ਮੇਲ ਹੀ ਚੰਗਾ। ਹੁਣ ਵੀ ਵੇਖ ਲਓ ਆ ਕਿਸਾਨੀ ਮੋਰਚੇ ਦੌਰਾਨ ਆ ਇੱਕ ਹੁਣੇ ਹੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਮੋਨੇ ਦੀ ਜੀ। ਉਹ ਚੰਗਾ ਵੱਡਾ ਪਦਵੀ ਵਾਲਾ ਬੰਦਾ, ਕੀ ਨਾਮ ਹੈ, ਬੜਾ ਵੱਡਾ ਉਹ ਮੰਤਰੀ, ਉਹ ਕਹਿ ਰਿਹਾ ਜੀ, ਕਹਿੰਦਾ ਮੈਂ ਮੋਦੀ ਨੂੰ ਸਮਝਾਇਆ ਮਿਲ ਕੇ, ਇਹਨਾਂ ਨਾਲ ਮੇਲ ਹੀ ਚੰਗਾ, ਅੜਨਾ ਨਹੀਂ ਚੰਗਾ ਹੈਗਾ। ਇਹ ਵੀ ਫਿਰ ਗੁਰੂ ਨਾਨਕ ਸਾਹਿਬ ਜੀ ਦੇ ਅੱਗੋਂ ਸਿੱਖ ਨੇ ਨਾ। ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ, ਮੇਲ ਹੀ ਚੰਗਾ ਹੈਗਾ, ਸਿੱਖਾਂ ਨਾਲ ਅੜਨਾ ਨਹੀਂ ਚਾਹੀਦਾ ਕਹਿੰਦੇ। ਇਹ ਚੇਤਾ ਰੱਖਦੇ ਗੱਲ ਨੂੰ। ਗੋਰਖਨਾਥ ਨੇ ਆਖਿਆ ਵੀ ਅੜਨਾ ਨਹੀਂ, ਕਹਿੰਦਾ ਉਦੋਂ ਭੰਗਰਨਾਥ ਮਹਾਰਾਜ ਦੇ ਚਰਨਾਂ 'ਚ ਚੁੱਕਿਆ ਸੀ ਤੇ ਭੰਗਰਨਾਥ ਬੜਾ ਵਿਗੜਿਆ ਸੀ। ਜਿਹੜੀ ਆਕੜ ਹੈ ਨਾ ਜੀ, ਇਹ ਛੇਤੀ ਨਹੀਂ ਬੰਦੇ ਦੀ ਜਾਂਦੀ ਜੀ, ਆਕੜ ਛੇਤੀ ਨਹੀਂ ਜਾਂਦੀ। ਭੰਗਰਨਾਥ ਦੇ ਅੰਦਰ ਆਕੜ ਬੜੀ ਹੈਗੀ ਜੀ। ਭੰਗਰਨਾਥ ਕਹਿੰਦਾ ਵੀ ਉਦੋਂ ਤਾਂ ਤੁਸੀਂ ਝੁਕੇ ਤੇ ਮੈਂ ਝੁਕ ਗਿਆ, ਮੈਂ ਝੁਕਣ ਵਾਲਾ ਥੋੜ੍ਹੀ ਹੈਗਾ, ਕਹਿੰਦਾ ਮੈਂ ਹੁਣੇ ਹੀ ਜਾਣਾ, ਕਹਿੰਦਾ। ਹਾਂਜੀ, ਉਹ ਨਾਲ ਕੁਝ ਬੰਦਿਆਂ ਨੂੰ ਲੈ ਕੇ ਤੇ ਉੱਥੇ ਪਹੁੰਚ ਗਿਆ ਜੀ ਜਿੱਥੇ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਬੈਠੇ ਜੀ। ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿੰਦਾ ਵੀ ਤੁਸੀਂ ਗ੍ਰਸਤੀ ਹੋ, ਅਸੀਂ ਸਿੱਧ ਹਾਂ, ਇਹ ਸਾਡੀ ਥਾਂ ਹੈਗੀ ਹੈ, ਸਾਡੇ ਨਾਲ ਨਾ ਅੜੋ। ਮਹਾਰਾਜ ਨੇ ਉਹਨਾਂ ਨੂੰ ਆਖਿਆ, ਮਹਾਰਾਜ ਕਹਿੰਦੇ ਕਾਹਦੇ ਸਿੱਧ 'ਚ, ਮੋਹ ਦੇ ਮਾਰੇ ਪਏ ਥਾਂ ਦੇ ਬਦਲੇ ਤੁਸੀਂ ਇੱਥੇ ਆ ਗਏ ਹੋ। ਕਹਿਣ ਲੱਗੇ ਗੁਰੂ ਜੀ ਦਾ ਰੁੱਖ ਸਾੜ ਕੇ ਬੇਅਦਬੀ ਕੀਤੀ ਤੁਸੀਂ, ਕਹਿਣ ਲੱਗੇ ਕਾਹਦੇ ਸਿੱਧ 'ਚ। ਹੁਣ ਮਹਾਰਾਜ ਦਾ ਪ੍ਰਤਾਪ ਬੜਾ ਹੀ, ਉਹ ਬੋਲ ਨਾ ਸਕਿਆ ਜੀ।
ਬੋਲ ਨਾ ਸਕਿਆ ਕੁਛ। ਪਰ ਬਾਅਦ ਵਿੱਚ ਨਾ ਜੀ ਕੁਝ ਸਮਾਂ ਚੁੱਪ ਹੋ ਕੇ ਕਹਿੰਦਾ ਜੇ ਇੰਜ ਨਹੀਂ ਤੇ ਫਿਰ ਇੰਜ ਸਹੀ। ਆਕਾਸ਼ ਨੂੰ ਚਲੇ ਗਏ ਦੋ ਸਿੱਧ ਜੀ, ਇੱਕ ਤੇ ਨਾਗ ਜਿਹਾ ਬਣ ਗਿਆ ਤੇ ਇੱਕ ਸ਼ੇਰ ਜਿਹਾ ਬਣ ਗਿਆ ਜੀ। ਇੱਟਾਂ ਵੱਟੇ ਸੁੱਟਣ ਲੱਗੇ, ਨੇਰੀ ਬਣਾ ਲਈ ਜੀ ਉਹਨਾਂ ਨੇ, ਨੇਰੀ ਪਾਈ ਗਏ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਬੜੀ ਨੇਰੀ ਚਲਾਉਣ ਜੀ ਉਹ ਜੀ, ਬੜੀ ਨੇਰੀ ਚਲਾਉਣ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਇੱਕ ਜਗ੍ਹਾ ਗਏ ਸੀਗੇ ਜੀ, ਤੇ ਉੱਥੇ ਇੱਕ ਪੀਰ ਰਹਿੰਦਾ ਸੀਗਾ ਜੀ। ਪੀਰ ਦਾ ਚੇਲਾ ਕਹਿੰਦਾ ਵੀ ਇੱਥੋਂ ਚਲੇ ਜਾਓ, ਸਾਡਾ ਪੀਰ ਬੜਾ ਡਾਢਾ ਹੈਗਾ ਜੀ। ਮਹਾਰਾਜ ਕਹਿੰਦੇ ਕਿੰਨਾ ਕੁ ਡਾਢਾ ਹੈਗਾ? ਕਹਿੰਦਾ ਉਹ ਰੁੱਖ ਜੜੋਂ ਪੁੱਟ ਦਿੰਦਾ, ਫਿਰ ਕਹਿੰਦਾ ਉਹ ਤੇ ਨੇਰ ਮਚਾ ਦਿੰਦਾ। ਮਹਾਰਾਜ ਕਹਿੰਦੇ ਇਹ ਬੜੇ ਭਲੇ ਦਾ ਕੰਮ ਹੈਗਾ, ਰੁੱਖ ਲਾਈਦਾ ਕਿ ਜੜੋਂ ਪੁੱਟੀ ਦੇ ਕਹਿਣ ਲੱਗੇ। ਨੇਰ ਮਚਾ ਦਿੰਦਾ। ਮਹਾਰਾਜ ਕਹਿੰਦੇ ਇਹ ਕਿਹੜਾ ਵੱਡਾ ਕੰਮ ਹੈਗਾ? ਹਾਂਜੀ, ਉਹਨਾਂ ਨੇ ਨੇਰ ਬੜਾ ਮਚਾਇਆ ਜੀ। ਮਹਾਰਾਜ ਦੇ ਲਾਗੇ ਲਾਗੇ ਸਿੱਖ ਸੀ, ਕਿਸੇ ਉੱਤੇ ਵੱਟੇ ਨਹੀਂ ਡਿੱਗੇ ਜੀ, ਕਿਸੇ ਤੇ ਪੱਥਰ ਨਹੀਂ ਡਿੱਗੇ। ਫਿਰ ਮਹਾਰਾਜ ਨੇ ਸੂਰਜ ਵਰਗਾ ਪ੍ਰਕਾਸ਼ ਵਿਖਾਇਆ, ਨੇਤਰ ਹੀ ਪਾਏ ਉਧਰ, ਤੇ ਉਹਨਾਂ ਨੂੰ ਅੱਗ ਲੱਗਣੀ ਸ਼ੁਰੂ ਹੋ ਗਈ ਜੀ। ਫਿਰ ਉਹ ਭੱਜ ਗਏ ਜੀ ਉੱਥੋਂ ਜੀ। ਇਹ ਕਥਾ ਤੁਸੀਂ ਸੁਣੀ ਸੀ। ਹੁਣ ਆਪਾਂ ਅੱਗੋਂ ਕਥਾ ਸੁਣੀਏ। ਸਾਰੀ ਸੰਗਤ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਭਾਜ ਗਏ ਤਜ ਲਾਜ ਕੋ। ਉਦੋਂ ਤੇ ਫਿਰ ਸ਼ਰਮ ਛੱਡ ਕੇ ਭਜਣਾ ਪਿਆ ਜੀ ਉਹਨਾਂ ਨੂੰ ਨਾ ਜੀ। ਸ਼ਰਮ ਛੱਡ ਕੇ, ਲਾਜ ਦਾ ਭਾਵ ਹੁੰਦਾ ਸ਼ਰਮ, ਸ਼ਰਮ ਛੱਡ ਕੇ ਭੱਜ ਗਏ ਜੀ ਉੱਥੋਂ ਜੀ। ਹਾਂਜੀ, ਸਿੱਧ ਸਮਾਜ ਮਝਾਰ। ਹੁਣ ਸਾਰੇ ਸਿੱਧ ਜਿਹੜੇ ਆ ਉਹ ਭੱਜਣਾ ਪਿਆ ਜੀ ਉੱਥੋਂ, ਜਿੰਨੇ ਕੁ ਆਏ ਸੀਗੇ, ਸਾਰਾ ਸਮਾਜ ਵੀ ਉੱਥੇ ਸੀਗਾ। ਤੇ ਫਿਰ ਕਿੱਥੇ ਗਏ ਜੀ? ਆਪਣੇ ਸਿੱਧਾਂ ਦੇ ਕੋਲ ਗਏ ਜੀ, ਗੋਰਖਨਾਥ ਕੋਲ ਗਏ ਜੀ ਉਹ। ਹਾਂਜੀ, ਜਾਨੀ ਗੋਰਖ ਬਾਰਤਾ ਬੋਲਿਓ ਕੁਛ ਰਿਸ ਧਾਰ। ਹੁਣ ਅੰਗ ਸੜਨ ਦੇ ਆ, ਬੁਰਾ ਹਾਲ ਹੋਇਆ। ਗੋਰਖਨਾਥ ਨੇ ਜਦੋਂ ਵੇਖਿਆ ਤੇ ਗੋਰਖਨਾਥ ਗੁੱਸੇ ਵਿੱਚ ਆ ਗਏ ਜੀ। ਫਿਰ ਕੁਝ ਗੁੱਸਾ ਧਾਰ ਕੇ ਉਹ ਸਿੱਧਾਂ ਨੂੰ ਸਮਝਾਉਣ ਲੱਗੇ। ਚੌਪਈ ਸੁਨ ਭੰਗਰ ਤੈ ਲਾਜ ਬਿਸਾਰੀ। ਕਹਿੰਦੇ ਭੰਗਰਨਾਥ ਸੁਣ, ਕਹਿਣ ਲੱਗੇ ਤੂੰ ਸ਼ਰਮ ਵਿਸਾਰ ਦਿੱਤੀ, ਕਹਿਣ ਲੱਗੇ ਤੈਨੂੰ ਆਪਣੀ ਇੱਜ਼ਤ ਦੀ ਕੋਈ ਭੋਰਾ ਚਿੰਤਾ ਨਹੀਂ ਹੈਗੀ। ਹਾਂਜੀ, ਬਨ ਬਨ ਬੈਠਤ ਵੱਡ ਹੰਕਾਰੀ। ਤੂੰ ਵੱਡਾ ਹੰਕਾਰੀ ਬਣ ਕੇ ਬੈਠਾ ਹੈ। ਲਗਭਗ ਹਰ ਬੰਦਾ ਹੀ ਯਤਨ ਕਰਦਾ ਜੀ, ਹਰ ਬੰਦਾ ਹੀ ਯਤਨ ਕਰਦਾ ਵੀ ਮੇਰਾ ਦੂਜੇ ਦੇ ਉੱਤੇ ਪ੍ਰਭਾਵ ਪੈ ਜਾਵੇ, ਪ੍ਰਭਾਵ ਪੈ ਜਾਵੇ। ਪੂਰਾ ਚੋਟੀ ਦਾ ਜ਼ੋਰ ਲਾਉਂਦਾ ਜੇ ਬੰਦਾ। ਗੋਰਖਨਾਥ ਕਹਿੰਦਾ ਤੂੰ ਹੰਕਾਰੀ ਬਣ ਬਣ ਕੇ ਬੈਠਦਾ, ਆਪਣੇ ਆਪ ਨੂੰ ਵੱਡਾ ਵਿਖਾਉਣਾ ਵੀ ਮੇਰੇ 'ਚ ਤਾਕਤਾਂ ਹੈਗੀਆਂ ਨੇ। ਹਾਂਜੀ, ਸ਼੍ਰੀ ਨਾਨਕ ਕੀ ਪ੍ਰਥਮ ਖਰਾਵਾਂ ਤਿਸ ਕੀ ਮਾਰ ਖਾਏ ਪਛਤਾਵਾ। ਉਦੋਂ ਵੀ ਤੈਨੂੰ ਕਿਹਾ ਸੀ ਤੇ ਹੁਣ ਵੀ ਕਹਿਣਾ, ਤੈਨੂੰ ਗੁਰੂ ਨਾਨਕ ਦੇਵ ਜੀ ਦੀਆਂ ਵੱਜੀਆਂ ਖੜਾਵਾਂ ਭੁੱਲ ਗਈਆਂ, ਕਹਿਣ ਲੱਗਾ। ਖੜਾਵਾਂ ਵੱਜੀਆਂ ਸੀ ਜੀ ਇਹਨਾਂ ਦੇ ਸਿਰਾਂ 'ਚ ਜੀ, ਜਦੋਂ ਲੁਕਣ ਮਿੱਟੀ ਖੇਡੀ ਸੀਗੀ। ਹਾਂਜੀ, ਆਪਣੇ ਸਾਥ ਅਨੁਚਿਤ ਕਰਾਈ। ਹੁਣ ਵੀ ਤੂੰ ਆਪਣੇ ਨਾਲ ਅਯੋਗ ਗੱਲ ਕਰਾ ਕੇ ਆਇਆ, ਤੈਨੂੰ ਇਹ ਚਾਹੀਦਾ ਹੀ ਨਹੀਂ ਸੀ ਕਰਨਾ। ਹਾਂਜੀ, ਤਾਉ ਗੁਰ ਆਗੇ ਗਰੀਬ ਨਿਵਾਈ। ਉਦੋਂ ਵੀ ਤੂੰ ਆਪ ਕੁੱਟ ਖਾ ਕੇ ਤੇ ਗੁਰੂ ਨਾਨਕ ਸਾਹਿਬ ਅੱਗੇ ਸਿਰ ਝੁਕਾਇਆ ਸੀਗਾ। ਇਹ ਮਹਾਰਾਜ ਬਾਣੀ 'ਚ ਕਹਿੰਦੇ ਮੂਰਖ ਗੰਢ ਪਵੈ ਮੋਹਿ ਮਾਰ। ਉਹਨਾਂ ਚਿਰ ਬੰਦੇ ਵੀ ਨਹੀਂ ਬਣਦੇ ਜੀ। ਹਾਂਜੀ, ਜਗ ਮਹਿ ਪ੍ਰਗਟਨ ਦੇਨ ਦਿਖਾਈ। ਹਾਂਜੀ, ਜਹ ਕੈ ਨਰਗਨ ਤੇ ਪੁਜਵਾਈ। ਜਗਤ ਵਿੱਚ ਪ੍ਰਤੱਖ ਹੈ ਵੀ ਗੁਰੂ ਨਾਨਕ ਦੇਵ ਸਾਹਿਬ ਬੜੇ ਵੱਡੇ ਨੇ, ਕਹਿਣ ਲੱਗਾ। ਇਹ ਗੋਰਖਨਾਥ ਜੀ ਕਹਿ ਰਹੇ ਗੁਰੂ ਨਾਨਕ ਦੇਵ ਜੀ ਵੱਡੇ ਨੇ ਤੇ ਉਹਨਾਂ ਦੀ ਹੀ ਪੂਜਾ ਹੋਣੀ ਹੈ, ਕਿਉਂ? ਵੱਡਿਆਂ ਦੀ ਪੂਜਾ ਜੈ ਜੈਕਾਰ ਹੋਣੀ ਹੈ। ਪਰ ਤੂੰ ਆਪਣੇ ਆਪ ਨੂੰ ਵੱਡਾ ਸਾਬਤ ਕਰਕੇ ਪੂਜਾ ਕਰਾਉਣੀ ਚਾਹੁੰਦਾ। ਹਾਂਜੀ, ਜਬ ਕੀ ਹਮਨੇ ਦੀਨਸ ਸ਼ੋਰ ਜਾਣਿਓ ਪਸਰਿਓ ਕਲ ਜੁਗ ਘੋਰ। ਆਖੋ ਵਾਹਿਗੁਰੂ। ਗੋਰਖਨਾਥ ਜੀ ਦੇ ਉੱਤੇ ਅਸਰ ਪੈ ਗਿਆ ਸੀ। ਗੋਰਖਨਾਥ ਜੀ ਕਹਿੰਦੇ ਵੀ ਮੈਂ ਇਹ ਕੰਮ ਛੱਡ ਦਿੱਤੇ ਹੈ। ਪਤਾ ਹੈ ਘੋਰ ਕਲਯੁਗ ਹੈ ਤੇ ਘੋਰ ਕਲਯੁਗ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਦੁਨੀਆ ਨੂੰ ਉਤਾਰ ਸਕਦੇ ਨੇ, ਅਸੀਂ ਕੁਝ ਨਹੀਂ ਕਰ ਸਕਦੇ। ਹੁਣ ਸੰਗਤ ਜੀ
ਬੜੇ ਬੜੇ ਲੋਕ ਕਥਾ ਕੀਰਤਨ ਕਰਦੇ, ਪਰ ਜਿਹੜੇ ਤੱਤ ਤੋਂ ਦੂਰ ਹੈ ਸਾਡੇ ਵਰਗੇ ਕੋਈ ਨਹੀਂ ਅਸਰ ਹੈਗਾ ਜੀ। ਘੋਰ ਕਲਯੁਗ ਹੈ। ਗੋਰਖਨਾਥ ਜੀ ਕਹਿੰਦੇ ਇੱਥੇ ਗੁਰੂ ਨਾਨਕ ਸਾਹਿਬ ਜੀ ਦਾ ਹੀ ਰਾਜ ਚੱਲਣਾ। ਤੇ ਤੁਸੀਂ ਅੰਦਾਜ਼ਾ ਲਾਓ ਸੰਗਤ ਜੀ, ਗੋਰਖਨਾਥ ਜੀ ਗੁਰੂ ਅਰਜਨ ਸਾਹਿਬ ਜੀ ਕੋ ਵੀ ਆਏ ਜਦੋਂ ਮਹਾਰਾਜ ਸ਼ਹੀਦ ਹੋਣ ਲੱਗੇ ਸੀਗੇ ਜੀ। ਮਹਾਰਾਜ ਨੂੰ ਕਿਹਾ ਸੀ ਗੋਰਖਨਾਥ ਜੀ ਨੇ ਵੀ ਸਾਨੂੰ ਹੁਕਮ ਕਰੋ, ਅਸੀਂ ਕੁਝ ਦਾ ਕੁਝ ਕਰ ਦਾਂਗੇ। ਮਹਾਰਾਜ ਕਹਿੰਦੇ ਨਹੀਂ। ਤੇ ਗੋਰਖਨਾਥ ਜੀ ਗੁਰੂ ਅਰਜਨ ਸਾਹਿਬ ਜੀ ਨੂੰ ਕਹਿੰਦੇ ਸੀਗੇ ਵੀ ਗੁਰੂ ਜੀ ਤੁਹਾਡੇ ਵਰਗਾ ਕੋਈ ਦੂਜਾ ਨਹੀਂ ਹੈਗਾ। ਇਹ ਉਹ ਗੋਰਖਨਾਥ ਜੀ ਨੇ। ਹਾਂਜੀ। ਸੋ ਪ੍ਰਣ ਤਜ ਅਬ ਗਮਨੇ ਦੌਰ, ਕਿਆ ਕਰਤੂਤ ਕਰੀ ਤਿਸ ਠੌਰ। ਕਹਿਣ ਲੱਗੇ ਅਸੀਂ ਪ੍ਰਣ ਕੀਤਾ ਸੀ ਸਾਰਿਆਂ ਨੇ ਵੀ ਜਗਤ ਵਿੱਚ ਹੁਣ ਜ਼ਿਆਦਾ ਨਹੀਂ ਵਿਚਰਨਾ, ਆਪਣਾ ਭਜਨ ਹੀ ਕਰਨਾ ਪਰਮੇਸ਼ਰ ਦਾ। ਤੇ ਤੂੰ ਉਹ ਪ੍ਰਣ ਛੱਡ ਕੇ ਤੇ ਉਹ ਥਾਂ ਲੈਣ ਚਲੇ ਗਿਆ। ਕੀ ਕਰਤੂਤ ਕੀਤੀ ਕਹਿਣ ਲੱਗੇ। ਉਹ ਗੁਰੂ ਹੀ ਨਾ, ਫਿਰ ਝਿੜਕਾ ਮਾਰ ਸਕਦੇ ਸੀਗੇ। ਹਾਂਜੀ। ਸਭ ਸਿੱਧਨ ਕੋ ਕੀਨਸ ਹੌਰਾ, ਤੂੰ ਮੁੜ ਤੋਂ ਸਾਰੇ ਸਿੱਧਾਂ ਦੀ ਬੇਇੱਜ਼ਤੀ ਕਰਾਈ ਹੈ। ਮਦ ਹੰਕਾਰ ਪਾਨ ਤੇ ਬੌਰਾ। ਕਹਿੰਦਾ ਕਿ ਹੰਕਾਰ ਨਾਲ ਤੇ ਤੂੰ ਕਮਲਾ ਹੀ ਹੋਇਆ ਪਿਆ ਭੰਗਰਨਾਥ। ਜਦੋਂ ਬੰਦੇ ਨੂੰ ਹਉਮੈ ਆ ਜਾਏ ਫਿਰ ਨਹੀਂ ਕੁਝ ਸੁੱਝਦਾ ਜੀ ਉਹਨੂੰ। ਇਹ ਬੜੀ ਵੱਡੀ ਬਿਮਾਰੀ, ਮਾਤਾ ਕਹਿੰਦੇ ਹਉਮੈ ਦੀ ਬਿਮਾਰੀ ਦਾ ਇਲਾਜ ਕਰਨ ਆਏ ਆ। ਇਹ ਬੜੀ ਵੱਡੀ ਬਿਮਾਰੀ ਹੈ। ਸੱਚੇ ਪਾਤਸ਼ਾਹ ਗਰੀਬ ਨਵਾਜ ਸਾਨੂੰ ਸਾਰਿਆਂ ਨੂੰ ਬਚਾ ਕੇ ਰੱਖਣ। ਹਾਂਜੀ। ਜੋ ਸਿੱਧ ਹੋਏ ਮਮ ਬਚ ਅਨੁਸਾਰੀ, ਰਹਿ ਦੁਰਿਓ ਅਬ ਗਿਰਨ ਮਝਾਰੀ। ਗੋਰਖਨਾਥ ਜੀ ਕਹਿੰਦੇ ਵੀ ਜਿਹੜੇ ਸਿੱਧ ਤੇ ਮੇਰੇ ਅਧੀਨ ਚੱਲਦੇ ਆ ਉਹ ਤੇ ਚੁੱਪ ਕਰਕੇ ਪਰਬਤਾਂ ਦੇ ਵਿੱਚ ਜਾ ਕੇ ਬੈਠ ਗਏ ਆ ਤੇ ਆਪਣਾ ਜਪ ਤਪ ਕਰ ਰਹੇ ਨੇ। ਨਹਿ ਦੇਸ਼ਨ ਤਿਨ ਦੇਖ ਦਿਖਾਈ, ਚਾਹੇ ਨਾ ਬਿਦਤ ਹੋਣ ਪੁਜਵਾਈ। ਉਹ ਹੁਣ ਨਜ਼ਰ ਹੀ ਨਹੀਂ ਆਉਂਦੇ। ਉਹ ਆਪਣੀ ਪੂਜਾ ਨਹੀਂ ਕਰਾਉਣੀ ਚਾਹੁੰਦੇ। ਅਸਲ 'ਚ ਸਿੱਧ ਲੋਕਾਂ ਦਾ ਕੰਮ ਕੀ ਹੀ, ਧਿਆਨ ਨਾ ਸਮਝਿਓ। ਆਖੋ ਵਾਹਿਗੁਰੂ ਵਾਹਿਗੁਰੂ। ਸਿੱਧੀਆਂ ਇਕੱਠੀਆਂ ਕਰਨੀਆਂ ਜੀ। 18 ਸਿੱਧੀਆਂ ਇਕੱਠੀਆਂ ਕਰ ਲੈਣੀਆਂ, ਜਪ ਤਪ ਕਰਕੇ ਤਾਕਤਾਂ ਲੈਣੀਆਂ, ਤੇ ਜਦੋਂ ਸਿੱਧੀਆਂ ਆ ਜਾਣੀਆਂ ਫਿਰ ਆਪਣੀ ਪੂਜਾ ਕਰਵਾਉਣੀ ਜੀ। ਉਹ ਲੋਕਾਂ ਨੂੰ ਵਿਖਾ ਕੇ ਜੀ। ਇੱਥੋਂ ਕੁ ਤੱਕ ਉਹਨਾਂ ਦਾ ਕੰਮ ਸੀਗਾ ਜੀ। ਹਾਂਜੀ। ਬੇਮਿਰਜਾਦ ਕਰੈ ਅਬ ਕੋਈ, ਸਿੱਧ ਮੰਡਲ ਤੇ ਨਿਕਸੈ ਸੋਈ। ਤੇ ਗੋਰਖਨਾਥ ਜੀ ਨੇ ਕਿਹਾ ਭੰਗਰਨਾਥ ਨੂੰ, ਭੰਗਰਨਾਥ ਹਾਰ ਖਾ ਕੇ ਤੂੰ ਵਾਪਸ ਆਇਆ, ਹਾਰ ਲੈ ਕੇ। ਹੁਣ ਜੇ ਕਿਸੇ ਨੇ ਬੇਮਰਿਆਦਾ ਕੰਮ ਕੀਤਾ, ਗੁਰੂ ਨਾਨਕ ਸਾਹਿਬ ਜੀ ਦੇ ਦਰ ਦੇ ਨਾਲ ਅੱਗੇ ਹੋ ਕੇ ਕੋਈ ਅੜਿਆ ਤੇ ਨਾਲੇ ਆਪਣੀ ਪੂਜਾ ਕਰਾਉਣ ਦੇ ਚੱਕਰ ਵਿੱਚ ਪਿਆ, ਤੇ ਸਿੱਧ ਮੰਡਲੀ ਦਾ ਗੁਰੂ ਹੋਣ ਦੇ ਨਾਤੇ ਮੈਂ ਉਹਨੂੰ ਸਿੱਧ ਮੰਡਲੀ ਚੋਂ ਹੀ ਕੱਢ ਦੇਣਾ ਕਹਿਣ ਲੱਗੇ। ਆਖੋ ਵਾਹਿਗੁਰੂ ਵਾਹਿਗੁਰੂ। ਸਖਤ ਫੈਸਲਾ ਲੈ ਲਿਆ ਜੀ ਗੋਰਖਨਾਥ ਜੀ ਨੇ ਜੀ। ਹਾਂਜੀ। ਗੋਰਖਨਾਥ ਵੀ ਧਾਨੀ ਨੇ। ਗੁਰੂ ਸਾਹਿਬ ਜੀ ਦੇ ਪਰਥਾਏ ਸ਼ਰਧਾ ਉਹਨਾਂ ਦੇ ਮਨ 'ਚ ਵਸ ਗਈ ਜੀ। ਚਲੋ ਮਹਾਰਾਜ ਨੇ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਪਰਬਤਾਂ ਤੇ ਛੁਪ ਕੇ ਬੈਠੇ ਤੇ ਜਾਓ ਜਗਤ ਵਿੱਚ ਵਿਚਰੋ। ਉਹ ਇਸ ਬੰਨੋਂ ਅਟਾਂਕ ਹੋ ਗਏ ਜੀ। ਪਰ ਗੋਰਖਨਾਥ ਜੀ ਇਹ ਤੇ ਮੰਨਦੇ ਨਾ ਵੀ ਗੁਰੂ ਨਾਨਕ ਸਾਹਿਬ ਸਭ ਤੋਂ ਵੱਡੇ ਨੇ। ਇਹ ਗੋਰਖਨਾਥ ਜੀ ਨੇ ਕਿਹਾ ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਇਹ ਉਹਨਾਂ ਦੀਆਂ ਹੀ ਗੱਲਾਂ ਨੇ ਸਾਧ ਸੰਗਤ ਜੀ। ਉਹਨਾਂ ਭੰਗਰਨਾਥ ਨੂੰ ਕਿਹਾ ਜੇ ਅੱਜ ਤੋਂ ਬਾਅਦ ਗੜਬੜ ਕੀਤੀ ਤੇ ਸਿੱਧ ਮੰਡਲੀ ਚੋਂ ਬਾਹਰ ਕੱਢ ਦਿਆਂਗੇ ਤੁਹਾਨੂੰ। ਹਾਂਜੀ। ਸਭ ਸਿੱਧ ਭੰਗਰ ਕੀ ਦਿਸ਼ ਦੇਖ, ਹਸਹਿ ਲਖੈ ਮਤ ਮੰਦ ਵਿਸ਼ੇਖ। ਉਹ ਫਿਰ ਬਾਕੀ ਜਿਹੜੇ ਸਿੱਧ ਸੀ ਨਾ ਜੀ, ਉਹ ਭੰਗਰਨਾਥ ਵੱਲ ਵੇਖ ਕੇ ਹੱਸਣ ਜੀ, ਦੰਦ ਕੱਢਣ ਵੀ ਹੁਣ ਹੌਲਾ ਹੋ ਕੇ ਆਇਆ ਹੀ ਮਹਾਰਾਜ ਕੋਲੋਂ। ਜਦੋਂ ਆਪਣੇ ਅੰਗਾਂ ਨੂੰ ਲੱਗ ਗਈ ਨਾ ਅੱਗ, ਹੁਣ ਹੌਲਾ ਹੋ ਕੇ ਆਇਆ, ਹੁਣ ਚੰਗਾ ਰਿਹਾ ਕਹਿੰਦੇ। ਹਾਂਜੀ। ਬੈਠ ਰਹਿਓ ਕਰਕੇ ਮੁਖ ਨੀਚਾ, ਤੇ ਭੰਗਰਨਾਥ ਨੀਵਾ ਮੂੰਹ ਕਰਕੇ ਤੇ ਬੈਠਾ ਰਿਹਾ ਜੀ ਫਿਰ ਜੀ। ਮਨਹੁ ਸੈਂਕੜੇ ਜਲ ਘਟ ਜਲ ਸਿੰਚਾ। ਆਖੋ ਵਾਹਿਗੁਰੂ। ਕਹਿੰਦੇ ਵੀ ਮਾਨੋ ਸੈਂਕੜੇ ਜਲ ਦੇ ਘੜੇ ਉਹਦੇ ਸਿਰ ਤੇ ਰੱਖੇ ਹੋਣ, ਇੰਨਾ ਨੀਵਾ ਹੋ ਕੇ ਬਹਿ ਗਿਆ ਜੀ। ਹਾਂਜੀ। ਸੁਨ ਗੋਰਖ ਤੇ ਸਿੱਧਨ ਮਾਨੀ, ਬਹੁਰ ਨਾ ਬਿਦਤ ਭਏ ਕਿਸ ਬਾਣੀ। ਤੇ ਬਸ ਫਿਰ ਗੋਰਖਨਾਥ ਜੀ ਨੇ ਪੱਕਾ ਹੀ ਮਤਾ ਪਾਸ ਕਰਤਾ, ਜਿਹੜਾ ਆਗਿਆ ਚੋਂ ਬਾਹਰ ਜਾਏਗਾ ਉਹਨੂੰ ਕੱਢ ਦਿੱਤਾ ਜਾਏਗਾ, ਉਹਨੂੰ ਕੱਢ ਦਿੱਤਾ ਜਾਏਗਾ। ਉਹਦੇ ਤੋਂ ਬਾਅਦ ਫਿਰ ਸਿੱਧ ਇੱਦਾਂ ਦੁਨੀਆ 'ਚ ਨਹੀਂ ਵਿਚਰੇ। ਹੋ ਸਕਦਾ
ਸਾਧ ਸੰਗਤ ਜੀ, ਇਹ ਗੱਲ ਤੁਹਾਨੂੰ ਸੁਣਨ 'ਚ ਹੋਰ ਤਰ੍ਹਾਂ ਦੀ ਲੱਗੇਗੀ, ਪਰ ਹੋ ਸਕਦਾ ਹੈ ਉਹ ਸਿੱਧ ਅਜੇ ਵੀ ਧਰਤੀ ਤੇ ਸਰੀਰ ਕਰਕੇ ਮੌਜੂਦ ਹੋਣ ਜੀ, ਜਿਨ੍ਹਾਂ ਦੇ ਤੁਸੀਂ ਨਾਮ ਸੁਣਦੇ ਹੋ ਨਾ ਜੀ। ਕਿਉਂ? ਇਹਨਾਂ ਨੇ ਆਪਣੀਆਂ ਉਮਰਾਂ ਬੜੀਆਂ ਵਧਾਈਆਂ ਜੀ, ਉਮਰਾਂ ਬੜੀਆਂ ਲੰਮੀਆਂ ਲੰਮੀਆਂ ਕੀਤੀਆਂ ਜੀ। ਬਾਬਾ ਸ਼ਾਮ ਸਿੰਘ ਜੀ ਦੇ ਕੋਲ 500 ਸਾਲ ਦਾ ਜੋਗੀ ਆਇਆ ਸੀਗਾ ਇੱਕ ਜੀ, 500 ਸਾਲ ਦਾ ਜੋਗੀ ਆਇਆ ਸੀਗਾ ਜੀ। ਹਾਂਜੀ, ਕਿੱਥੇ 100 ਸਾਲ 125 ਸਾਲ ਉਮਰ ਬੜੀ ਹੁੰਦੀ ਜੀ। ਉਹ ਕਹਿੰਦਾ ਵੀ ਮੈਂ ਬੜੇ ਚਿਰ ਦਾ ਤੁਰਿਆ ਫਿਰਦਾ, ਦਰਬਾਰ ਸਾਹਿਬ ਦੀ ਉੱਤੋਂ ਪਰਿਕਰਮਾ ਕਰਕੇ ਗਿਆ ਸੀਗਾ ਜੀ ਉਹ ਜੀ। ਹੋ ਸਕਦਾ ਹੁਣ ਵੀ ਹੁਣ ਸਰੀਰ ਕਰਕੇ। ਉਸ ਦਿਨ ਤੋਂ ਬਾਅਦ ਫਿਰ ਇਹ ਗੁਪਤ ਹੋ ਗਏ ਜੀ ਸਿੱਧ ਜੀ। ਹਾਂਜੀ, ਟਿਕੇ ਜਾਏ ਕਰ ਸਰਬ ਸੁਮੇਰ। ਹਾਂ, ਕਿੱਥੇ ਚਲੇ ਗਏ? ਸੁਮੇਰ ਪਰਬਤ ਤੇ ਚਲੇ ਗਏ, ਸੁਮੇਰ ਪਰਬਤ ਤੇ। ਹਾਂਜੀ, ਕਰਹਿ ਜੋਗ ਕੋ ਬੈਸ ਬਡੇਰ। ਇੱਕ ਥਾਂ ਟਿਕ ਗਏ, ਕਰਹਿ ਜੋਗ ਕੋ ਬੈਸ ਬਡੇਰ। ਵੱਡੀਆਂ ਉਮਰਾਂ ਵਾਲੇ ਜੋਗ ਧਾਰਨ ਕਰਕੇ ਬੈਠ ਗਏ ਜੀ। ਹਾਂਜੀ, ਸਭ ਉਤਪਾਤ ਵਿਸਾਲ ਬਿਲੋਕੇ, ਆਪਨ ਤੇਜ ਤੇ ਸ਼੍ਰੀ ਗੁਰ ਰੋਕੇ। ਇੱਕ ਵਾਰੀ ਤੇ ਬੜਾ ਬਖੇੜਾ ਕੀਤਾ ਜੀ ਇਹਨਾਂ ਨਾਨਕ ਮੱਤੇ ਆ ਕੇ, ਪਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਸੱਚੇ ਪਾਤਸ਼ਾਹ ਜੀ ਨੇ ਆਪਣੇ ਤੇਜ ਪ੍ਰਤਾਪ ਦੇ ਨਾਲ ਇਹਨਾਂ ਦਾ ਉਹ ਬਖੇੜਾ ਰੋਕ ਦਿੱਤਾ ਉੱਥੇ ਜੀ। ਹਾਂਜੀ, ਸੁਭਟ ਜੇ ਸਿੱਖ ਸਾਧ ਅਲਮਸਤ, ਸਿੱਧ ਭਾਗੇ ਪਿਖ ਹਰਖ ਮਸਤ। ਉਹ ਫਿਰ ਸੰਗਤਾਂ ਨੇ ਵੀ ਵੇਖਿਆ ਜੀ ਇਹਨਾਂ ਨੂੰ ਭੱਜਦਿਆਂ, ਜਦੋਂ ਅੱਗ ਲੱਗਣੀ ਸ਼ੁਰੂ ਹੋਈ ਜੀ ਇਹਨਾਂ ਨੂੰ, ਤੇ ਅਲਮਸਤ ਜੀ ਨੇ ਵੀ ਵੇਖਿਆ ਤੇ ਫੌਜਾਂ ਵੀ ਵੇਖਿਆ ਜੀ। ਸਾਰੇ ਬੜੇ ਖੁਸ਼ ਹੋ ਗਏ ਇਸ ਗੱਲ ਤੋਂ ਵੀ ਬੜੀ ਚੰਗੀ ਗੱਲ ਹੈਗੀ ਵੀ ਇਹ ਭੱਜ ਹੀ ਗਏ ਨੇ। ਸ਼੍ਰੀ ਮੁਖ ਤੇ ਸਭ ਹੂਨ ਸੁਨਾਇਓ। ਆਖੋ ਸਾਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਫੇਰ ਆਖੋ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਮੁਖ ਤੋਂ ਫਿਰ ਸਾਰਿਆਂ ਨੂੰ ਇਹ ਕਿਹਾ, ਭਇਓ ਬਿਗਨ ਹਮ ਸਕਲ ਮਿਟਾਇਓ। ਮਹਾਰਾਜ ਕਹਿੰਦੇ ਜਿਹੜਾ ਵੱਡਾ ਵਿਘਨ ਪਿਆ ਸੀ ਨਾ ਸਿੱਧਾਂ ਦਾ, ਇਹ ਹੁਣ ਅਸੀਂ ਪੱਕਾ ਹੀ ਮੇਟ ਦਿੱਤਾ ਕਹਿਣ ਲੱਗੇ। ਅਸਲ 'ਚ ਜਿਹੜਾ ਗੋਰਖਨਾਥ ਜੀ ਨੇ ਕਿਹਾ ਨਾ ਜੀ, ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਲਾ ਹੀ ਸੀਗੀ ਜੀ, ਜਿਹੜਾ ਉਹਨਾਂ ਨੂੰ ਗੋਰਖਨਾਥ ਜੀ ਨੂੰ ਇਹੋ ਜਿਹਾ ਫੁਰਨਾ ਪਾਤਾ ਮਹਾਰਾਜ ਨੇ ਜੀ। ਹਾਂਜੀ, ਅਬ ਤੇ ਆਗੇ ਹੋਏ ਨਾ ਕੋਈ, ਨਹਿ ਆਵੇ ਕਬ ਕੋ ਸਿੱਧ ਜੋਈ। ਮਹਾਰਾਜ ਕਹਿੰਦੇ ਅੱਜ ਤੋਂ ਕੋਈ ਸਿੱਧ ਇੱਥੇ ਨਹੀਂ ਆਏਗਾ ਮੁੜ, ਕਹਿਣ ਲੱਗੇ ਇੱਥੇ ਆ ਕੇ ਕਬਜ਼ਾ ਨਹੀਂ ਕਰੇਗਾ ਗੁਰੂ ਨਾਨਕ ਦੇਵ ਜੀ ਦੇ ਸਥਾਨ ਤੇ ਨਹੀਂ ਆਇਆ ਜੀ ਬਾਅਦ ਵਿੱਚ ਕੋਈ। ਹਾਂਜੀ, ਭਇਓ ਅਚਲ ਸ਼੍ਰੀ ਨਾਨਕ ਮਤਾ। ਅੱਜ ਤੋਂ ਇਹ ਅਚਲ ਹੋ ਗਿਆ, ਮਿਟ ਨਹੀਂ ਸਕਦਾ। ਇਹ ਜਗ੍ਹਾ ਸ਼੍ਰੀ ਨਾਨਕ ਮੱਤਾ ਹੀ ਹੈ, ਗੋਰਖ ਮੱਤਾ ਨਹੀਂ। ਕੀ ਹੈ? ਸ਼੍ਰੀ ਨਾਨਕ ਮੱਤਾ ਹੈ। ਹਾਂਜੀ, ਬਿਗਨ ਭਵਿੱਖਿਤ ਕੇ ਸਭ ਹਤਾ। ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਆਉਣ ਵਾਲੇ ਸਮੇਂ ਦੇ ਵੀ ਜਿਹੜੇ ਵਿਘਨ ਨੇ ਨਾ, ਉਹ ਪਹਿਲਾਂ ਹੀ ਦੂਰ ਕਰ ਦਿੱਤੇ। ਕਹਿਣ ਲੱਗੇ ਆਉਣ ਵਾਲੇ ਸਮੇਂ ਦੀਆਂ ਰੁਕਾਵਟਾਂ ਵੀ ਦੂਰ ਕਰ ਦਿੱਤੀਆਂ। ਸੁਨਤ ਆਨੰਦ ਭਏ ਸਿੱਖ ਸਾਰੇ। ਤੇ ਸੁਣ ਕੇ ਸਾਰੇ ਸਿੱਖ ਬੜੇ ਖੁਸ਼ ਹੋ ਗਏ ਵੀ ਇਹ ਮਹਾਰਾਜ ਨੇ ਬਹੁਤ ਵਧੀਆ ਕੀਤਾ। ਕਿਉਂ? ਸਿੱਖਾਂ ਦਾ ਬਸ ਨਹੀਂ ਚੱਲਦਾ, ਸਿੱਧ ਆ ਕੇ ਸ਼ਕਤੀਆਂ ਵਿਖਾਉਂਦੇ ਹੁੰਦੇ ਸੀਗੇ ਜੀ। ਹੁਣ ਸਾਰੇ ਸਿੱਖ ਤੇ ਤਾਕਤਾਂ ਵਾਲੇ ਹੈਗੇ ਨਹੀਂ ਸੀਗੇ ਜੀ। ਹਾਂਜੀ, ਸਦਾ ਗੁਰੂ ਕੀ ਵਿਜੈ ਉਚਾਰੇ। ਤੇ ਗੁਰੂ ਕੇ ਸਿੱਖ ਕਹਿੰਦੇ ਮਹਾਰਾਜ ਤੁਹਾਡੀ ਸਦਾ ਹੀ ਜੈ ਹੋਵੇ, ਮਹਾਰਾਜ ਤੁਹਾਡੀ ਸਦਾ ਜੈ ਹੈ। ਹਾਂਜੀ, ਤਿਸ ਦਿਨ ਸਤਿਗੁਰ ਡੇਰੇ ਮਾਹੇ, ਥਿਰੇ ਰਹੇ ਕਿਤ ਗਮਨੇ ਨਾਹੇ। ਉਸ ਦਿਨ ਫਿਰ ਗੁਰੂ ਹਰਗੋਬਿੰਦ ਸਾਹਿਬ ਉੱਥੇ ਹੀ ਰਹੇ ਜੀ, ਕਿਤੇ ਹੋਰ ਨਹੀਂ ਗਏ। ਹਾਂਜੀ, ਪੰਚਾਮ੍ਰਿਤ ਘਨੋਂ ਕਰਵਾਇਓ। ਤੇ ਗੁਰੂ ਜੀ ਨੇ ਖੁਸ਼ ਹੋ ਗਏ ਨਾ ਜੀ, ਖੁੱਲਾ ਕੜਾ ਪ੍ਰਸ਼ਾਦ ਕਰਵਾਇਆ ਜੀ। ਖੁਸ਼ ਹੋ ਕੇ ਖੁੱਲਾ ਕੜਾ ਪ੍ਰਸ਼ਾਦ ਕਰਵਾਇਆ ਵੀ ਸਿੱਧ ਚਲੇ ਗਏ ਨੇ। ਨਰ ਗਨ ਮਿਲੇ ਸਬਨ ਵਰਤਾਇਓ। ਸਾਰੇ ਸਿੱਖਾਂ ਨੂੰ, ਫੌਜਾਂ ਨੂੰ, ਸੰਗਤਾਂ ਨੂੰ ਫਿਰ ਉਹ ਖੁੱਲਾ ਕੜਾ ਪ੍ਰਸ਼ਾਦ ਵਰਤਾਇਆ ਗਿਆ ਜੀ। ਹਾਂਜੀ, ਸੁਣ ਕਰ ਪਿਖ ਕਰ ਗੁਰੂ ਆਗਮਨੂ। ਸੁਣ ਕੇ ਕੁਝ ਨਾ ਨੇ ਸੁਣਿਆ ਵੀ ਗੁਰੂ ਹਰਗੋਬਿੰਦ ਸਾਹਿਬ ਆਏ ਆ,
ਕੁਝ ਨੇ ਵੇਖ ਲਿਆ ਵੀ ਮਹਾਰਾਜ ਆਏ ਹਨ ਸੱਚੇ ਪਾਤਸ਼ਾਹ, ਜਿਸ ਪੁਰ ਗ੍ਰਾਮ ਹੁਤੋ ਸਿੱਖ ਭਵਨੂ। ਤੇ ਲਾਗੇ ਲਾਗੇ ਜਿਸ ਜਿਸ ਪਿੰਡ ਵਿੱਚ ਗੁਰੂ ਨਾਨਕ ਦੇਵ ਜੀ ਦੇ ਸਿੱਖ ਵਸਦੇ ਹੁੰਦੇ ਸੀਗੇ ਜੀ। ਹਾਂਜੀ, ਨਰ ਨਾਰੀ ਆਨੰਦ ਬਿਲੰਦੇ। ਉਹ ਸਾਰੇ ਕੀ ਬੀਬੀਆਂ ਤੇ ਕੀ ਪੁਰਸ਼ ਜੀ, ਸਾਰੇ ਬੜੇ ਖੁਸ਼ ਹੋਏ ਕਿ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਨੂੰ ਮਿਲਣਗੇ। ਮਿਲ ਮਿਲ ਜਹ ਕਹਿ ਭੇ ਸਿੱਖ ਬਰਿੰਦੇ। ਸੋ ਸਾਰੇ ਸਿੱਖ ਇਕੱਠੇ ਹੋਏ। ਹਾਂਜੀ, ਦਰਸ਼ਨ ਹਿਤ ਉਤਲਾਵਤ ਆਏ। ਤੇ ਨਾਲੇ ਇਹ ਵੀ ਪਤਾ ਲੱਗਾ ਕਿ ਮਹਾਰਾਜ ਨੇ ਉਹਨਾਂ ਜੋਗੀਆਂ ਨੂੰ ਪੱਕੇ ਹੀ ਭਜਾ ਦਿੱਤਾ ਹੈ, ਪੱਕੇ ਹੀ ਭਜਾ ਦਿੱਤਾ। ਸਿੱਖ ਫਿਰ ਬੜੀ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਏ। ਮਾਨੋ ਅਮੀ ਸਰ ਮਰ ਮੋਹਿ ਪਾਏ। ਆਖੋ ਵਾਹਿਗੁਰੂ ਵਾਹਿਗੁਰੂ। ਭਾਈ ਸੰਤੋਖ ਸਿੰਘ ਜੀ ਕਹਿੰਦੇ ਸੰਗਤਾਂ ਇੰਨਾ ਜ਼ਿਆਦੀਆਂ ਖੁਸ਼ ਸਨ ਕਿ ਨਾਨਕ ਮੱਤਾ ਪੱਕਾ ਹੀ ਨਾਨਕ ਮੱਤਾ ਹੋ ਗਿਆ, ਜਿਵੇਂ ਮੁਰਦੇ ਦੇ ਮੁਖ 'ਚ ਅੰਮ੍ਰਿਤ ਪਾ ਦਈਏ ਤਾਂ ਜਿੰਦਾ ਹੋ ਜਾਂਦਾ ਜੀ। ਇਸ ਤਰ੍ਹਾਂ ਸੰਗਤਾਂ ਖੁਸ਼ ਸਨ ਜੀ। ਹਾਂਜੀ, ਜਿਨ ਕੋ ਸੁਨਤ ਦੂਰ ਤੇ ਦੂਰ, ਹਮ ਭਾਗਨ ਕਰ ਆਏ ਹਦੂਰ। ਤੇ ਦੂਜਾ ਸਿੱਖ ਸੰਗਤਾਂ ਇਹ ਵੀ ਖੁਸ਼ ਸਨ ਵੀ ਪੰਜਾਬ ਬੜੀ ਦੂਰ ਹੈਗਾ ਜੀ। ਹਾਂਜੀ, ਫਿਰ ਪੰਜਾਬ ਦੇ ਵਿੱਚ ਅੰਮ੍ਰਿਤਸਰ ਹੈ ਜੀ। ਹਾਂਜੀ, ਤੇ ਬੜੇ ਦੂਰ ਦਰਸ਼ਨ ਕਰਨ ਜਾਣਾ ਸੀ ਸੱਚੇ ਪਾਤਸ਼ਾਹ ਜੀ ਦੇ, ਤੇ ਮਹਾਰਾਜ ਤਾਂ ਹੁਣ ਇੱਥੇ ਹੀ ਪਹੁੰਚ ਗਏ ਨੇ, ਇੱਥੇ ਹੀ ਆ ਗਏ ਨੇ। ਇਸ ਕਰਕੇ ਇਹ ਵੀ ਖਬਰ ਇਸ ਤਰ੍ਹਾਂ ਹੀ ਹੋਈ ਜਿਵੇਂ ਮੁਰਦੇ ਦੇ ਮੁਖ 'ਚ ਅੰਮ੍ਰਿਤ ਪਾਈਦਾ ਜੀ। ਸੰਗਤਾਂ ਬੜੀਆਂ ਹੀ ਖੁਸ਼ ਹੋਈਆਂ ਤੇ ਬੜੇ ਚਾਅ ਨਾਲ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਈਆਂ। ਹਾਂਜੀ, ਧਰ ਧਰ ਆਗੇ ਪੁੰਜ ਅਕੋਰ, ਚਰਨ ਕਮਲ ਬੰਦੈ ਕਰ ਜੋਰ। ਤੇ ਫਿਰ ਮਹਾਰਾਜ ਗਰੀਬ ਨਵਾਜ ਜੀ ਦੇ ਚਰਨਾਂ 'ਚ ਭੇਟਾਵਾਂ ਰੱਖ ਰਹੀਆਂ ਤੇ ਹੱਥ ਜੋੜ ਜੋੜ ਕੇ ਮੱਥਾ ਟੇਕ ਰਹੀਆਂ। ਆਪਾਂ ਵੀ ਟੇਕੀਏ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਜਸ ਜਸ ਕਰੈ ਕਾਮ ਨਾ ਪਾਵੈ। ਜੋ ਜਿਸ ਤਰੀਕੇ ਦੀ ਵੀ ਕਾਮਨਾ ਮਨ 'ਚ ਰੱਖ ਕੇ ਬੈਠਾ ਸੀ, ਦਰਸ਼ਨ ਤੇ ਨਿਰਮਲ ਬਨ ਜਾਵੈ। ਉਹਦੀ ਕਾਮਨਾ ਵੀ ਪੂਰੀ ਹੁੰਦੀ ਤੇ ਦਰਸ਼ਨ ਕਰਕੇ ਮੈਲ ਵੀ ਦੂਰ ਹੋ ਜਾਂਦੀ ਜੀ। ਦਰਸ਼ਨ ਕਰਕੇ ਨਿਰਮਲ ਹੋ ਜਾਂਦਾ ਜੀ ਉਹ ਸਿੱਖ। ਹਾਂਜੀ, ਸਤਨਾਮ ਸਿਮਰਨ ਲਿਵ ਲਾਗੇ। ਤੇ ਲਓ ਜੀ ਫਿਰ ਹੋਰ ਸੁਣੋ, ਗੁਰੂ ਜੀ ਦੇ ਦਰਸ਼ਨ ਕਰਕੇ ਨਾਮ ਜਪਣ ਦਾ ਜੀ ਕਰਿਆ ਕਰੇ ਜੀ ਸਾਰਿਆਂ ਦਾ। ਸਤਨਾਮ ਵਾਹਿਗੁਰੂ ਦੇ ਸਿਮਰਨ 'ਚ ਮਨ ਲੱਗ ਗਿਆ ਸਾਰਿਆਂ ਦਾ। ਹਾਂਜੀ, ਜਿਨ ਮਨ ਸੁਪਤ ਭਗਤ ਮਨ ਜਾਗੇ। ਸੁੱਤੇ ਹੋਏ ਮਨ ਵੀ ਭਗਤੀ ਵਿੱਚ ਜਾਗ ਗਏ ਜੀ। ਐਡੇ ਵਧੀਆ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ। ਆਖੋ ਸਾਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇੰਨੇ ਵਧੀਆ ਪਵਿੱਤਰ ਦਰਸ਼ਨ ਨੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ। ਭਾਈ ਪੀਰ ਗੁਰ ਕੇ ਚੌ ਫੇਰੇ। ਤੇ ਗੁਰੂ ਸਾਹਿਬ ਦੇ 4 ਚਫੇਰੇ ਸੰਗਤਾਂ ਦੀਆਂ ਭੀੜਾਂ ਲੱਗ ਗਈਆਂ ਜੀ। ਹਾਂਜੀ, ਜਿਵੇਂ ਗੁਰਪੁਰਬ ਤੇ ਜਦੋਂ ਮਹਾਰਾਜ ਦਾ ਅਵਤਾਰ ਪ੍ਰਕਾਸ਼ ਹੋਇਆ ਤੇ 4 ਚਫੇਰੇ ਭੀੜ ਲੱਗ ਗਈ। ਬਾਹਰ ਵੀ ਸੰਗਤਾਂ, ਅੰਦਰ ਵੀ ਸੰਗਤਾਂ। ਮਹਾਰਾਜ ਜੀ ਦੇ 4 ਚਫੇਰੇ ਭੀੜਾਂ ਲੱਗੀਆਂ ਪਈਆਂ ਦਰਸ਼ਨਾਂ ਵਾਸਤੇ ਜੀ। ਆਵਤ ਗਮਨਤ ਚੌ ਦਿਸ਼ ਕੇਰੇ। ਆ ਰਹੇ ਨੇ, ਜਾ ਰਹੇ ਨੇ, ਆ ਰਹੇ ਨੇ, ਜਾ ਰਹੇ ਨੇ। ਚਾਰੇ ਪਾਸਿਓਂ ਬੜੇ ਵੱਡੇ ਪੱਧਰ ਤੇ ਉੱਥੇ ਸਮਾਗਮ ਹੋਇਆ ਜੀ। ਹਾਂਜੀ, ਸੁਜਸ ਬਖਾਨਤ ਜਹ ਕਹਿ ਜਾਤੇ। ਮਹਾਰਾਜ ਗਰੀਬ ਨਵਾਜ ਜੀ ਦਾ ਸੁਜਸ ਕਰਦੇ ਆਂ ਜਾਂਦੇ, ਤਾਰੀਫਾਂ ਕਰਦੇ ਹੋਏ ਜਾਂਦੇ ਸਾਰੇ ਜੀ। ਪੁਰੈ ਕਾਮਨਾ ਉਰ ਹਰ ਖਾਤੇ। ਆਖੋ ਵਾਹਿਗੁਰੂ। ਤੇ ਨਾਲੇ ਕੋਈ ਕਹਿੰਦਾ ਭਰਾਵਾ ਮੈਂ ਤੇ ਦਰਸ਼ਨ ਕਰਕੇ ਆਹ ਇੱਛਾ ਰੱਖੀ ਮੇਰੀ ਪੂਰੀ ਹੋ ਗਈ। ਉਹ ਇਹ ਮਹਾਰਾਜ ਦੇ ਦਰਸ਼ਨ ਹੀ ਆਏ ਨੇ ਜੀ। ਹਾਂਜੀ, ਤੇ ਬਹੁਤੇ ਹੀ ਖੁਸ਼ ਨੇ ਜੀ ਸਾਰੇ ਨਾਨਕ ਮੱਤੇ। ਹਾਂਜੀ, ਸ਼੍ਰੀ ਹਰਗੋਬਿੰਦ ਹਾਏ ਆਰੂੜੇ। ਫਿਰ ਮਹਾਰਾਜ ਸਾਰੀਆਂ ਸੰਗਤਾਂ ਨੂੰ ਦਰਸ਼ਨ ਦੇ ਕੇ ਘੋੜੇ ਦੇ ਉੱਤੇ ਸਵਾਰ ਹੋਏ ਜੀ। ਕਰਹਿ ਅਖੇਰ ਬ੍ਰਿਤੀ ਬਨ ਗੂੜੇ। ਤੇ ਮਹਾਰਾਜ ਜੀ ਫਿਰ ਸ਼ਿਕਾਰ ਖੇਡਣ ਗਏ ਜੀ ਸੱਚੇ ਪਾਤਸ਼ਾਹ। ਅਸਲ 'ਚ ਬੰਦਿਆਂ ਨੂੰ ਤੇ ਤਾਰਿਆ, ਉਹਨਾਂ ਨੂੰ ਵੀ ਦਰਸ਼ਨ ਦੇ ਕੇ ਤਾਰਨਾ ਨਾ ਜੀ। ਕਿਹਨਾਂ ਨੂੰ ਭਲਾ? ਜਿਹੜੇ ਜਾਨਵਰ ਨੇ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਸ੍ਰੀ ਗੁਰੂ ਨਾਨਕ ਸਾਹਿਬ ਬਚਪਨ ਦੇ ਵਿੱਚ ਨੇ ਜੀ। ਮਹਾਰਾਜ ਗਰੀਬ ਨਵਾਜ ਮੱਝਾਂ ਚਰਾ ਰਹੇ ਸੀਗੇ ਜੀ। ਦੁਪਹਿਰ ਦਾ ਸਮਾਂ ਆਇਆ, ਸੂਰਜ ਬੜਾ ਤਿੱਖਾ ਜੀ।
ਤੇ ਮਹਾਰਾਜ ਗਰੀਬ ਨਵਾਜ ਆਰਾਮ ਕਰਨ ਲੱਗ ਪਏ ਜੀ। ਹਾਂਜੀ, ਰੁੱਖ ਦੀ ਛਾਂ ਫਿਰ ਗਈ ਜੀ, ਤੇ ਉਸ ਰੁੱਖ ਦੇ ਹੇਠਾਂ ਸ਼ੇਸ਼ਨਾਗ ਰਹਿੰਦਾ ਸੀਗਾ ਜੀ। ਸ਼ੇਸ਼ਨਾਗ, ਉਸ ਸ਼ੇਸ਼ਨਾਗ ਨੇ ਵੇਖਿਆ, ਹਾਂਜੀ, ਉਹਦੇ ਮਨ 'ਚ ਫੁਰਨਾ ਬਣਿਆ ਕਿ ਆਪ ਰੱਬ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹੈ, ਮੈਂ ਵੀ ਦਰਸ਼ਨ ਕਰ ਲਾਂ। ਪਿਆਰਿਓ, ਉਸ ਸ਼ੇਸ਼ਨਾਗ ਨੇ ਫਿਰ ਮਹਾਰਾਜ ਦੇ ਦਰਸ਼ਨ ਕੀਤੇ ਜੀ। ਤੇ ਦਰਸ਼ਨ ਕਰਕੇ ਨਾ ਜੀ, ਇਹਨਾਂ ਨੂੰ ਫੋਨ ਬੰਦ ਕਰ, ਦਰਸ਼ਨ ਕਰਕੇ ਤੇ ਗੁਰੂ ਨਾਨਕ ਸਾਹਿਬ ਜੀ ਦੀਆਂ ਪਰਿਕਰਮਾ ਕੀਤੀਆਂ ਜੀ। ਤੇ ਉਹ ਬੜੀ ਵੱਡੀ ਉਮਰ ਦਾ ਸੀਗਾ ਜੀ ਸੱਪ। ਉਹਨੇ ਫਿਰ ਰੰਗ ਬਦਲਿਆ ਜੀ ਆਪਣਾ ਜੀ, ਚਿੱਟਾ ਰੰਗ ਕਰ ਲਿਆ, ਤੇ ਜਿੱਧਰ ਗੁਰੂ ਨਾਨਕ ਸਾਹਿਬ ਬੈਠੇ ਮਹਾਰਾਜ ਜੀ ਦੇ ਸੀਸ ਵਾਲੇ ਬੰਨੇ ਜਾ ਕੇ, ਤੇ ਜਿਸ ਪਾਸੇ ਧੁੱਪ ਪੈ ਰਹੀ ਸੀ ਨਾ ਜੀ, ਉੱਥੇ ਆਪਣਾ ਮੁਖ ਕਰ ਲਿਆ ਜੀ। ਧੁੱਪ ਆਪਣੇ ਤੇ ਸਵੇ ਤੇ ਛਾਂ ਗੁਰੂ ਨਾਨਕ ਸਾਹਿਬ ਜੀ ਨੂੰ ਦਵੇ ਜੀ। ਹਾਂਜੀ, ਸਾਡੇ ਸੱਚੇ ਪਾਤਸ਼ਾਹ ਤੇ ਉਹ ਨੇ ਜਿਨ੍ਹਾਂ ਦੀ ਸੇਵਾ ਵਿੱਚ ਜਾਨਵਰ ਵੀ ਲੱਗਦੇ ਨੇ। ਆਖੋ ਵਾਹਿਗੁਰੂ ਵਾਹਿਗੁਰੂ। ਸਾਖੀ ਤੁਹਾਨੂੰ ਪਤਾ, ਛੱਪ ਦੇ ਸਾਂ ਕਰਨ ਵਾਲੀ ਜੀ। ਰਾਏ ਬੁਲਾਰ ਨੇ ਵੇਖਿਆ ਵੀ ਸੱਪ ਵੀ ਛਾਂ ਕਰੀ ਬੈਠੇ ਆ। ਰਾਏ ਬੁਲਾਰ ਮਹਾਰਾਜ ਨੂੰ ਮੰਨ ਗਿਆ ਜੀ, ਸ਼ਰਧਾ ਵਾਲਾ ਹੋ ਗਿਆ ਤੇ ਪਛਾਣ ਗਿਆ ਵੀ ਇਹ ਰੱਬ ਹੈਗੇ ਨੇ ਜੀ। ਇਸ ਕਰਕੇ ਸੰਗਤ ਜੀ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੰਗਲੀ ਜੀਵਾਂ ਨੂੰ ਵੀ ਦਰਸ਼ਨ ਦੇਣ ਜਾਣਾ ਜੀ। ਹਾਂਜੀ, ਬੀਨ ਬੀਨ ਕਰਕੇ ਹਰ ਮਾਰੇ। ਤੇ ਫਿਰ ਮਹਾਰਾਜ ਨੇ ਉੱਥੇ ਲੱਭ ਕੇ ਉਹ ਕੇਰੀ ਸ਼ੇਰ ਜਿਹੜੇ ਲੋਕਾਂ ਨੂੰ ਤੰਗ ਵੀ ਕਰਦੇ ਹੁੰਦੇ ਸੀਗੇ ਜੀ, ਤੇ ਜਿਨ੍ਹਾਂ ਨੂੰ ਜੂਨ ਤੋਂ ਮੁਕਤ ਕਰਨਾ ਸੀ, ਉਹਨਾਂ ਨੂੰ ਮਾਰ ਕੇ ਮੁਕਤ ਕਰ ਦਿੱਤਾ ਸੱਚੇ ਪਾਤਸ਼ਾਹ ਜੀ ਨੇ। ਹਾਂਜੀ, ਸ਼ੂਕਰ ਸਸੇ ਧਾਏ ਸੰਘਾਰੇ। ਹਜੂਰ ਮਹਾਰਾਜ ਨੇ ਬੜੇ ਫਿਰ ਸੂਰ ਸਹਿ ਹਿਰਣ ਉਹਨਾਂ ਦਾ ਉਧਾਰ ਕੀਤਾ ਸੱਚੇ ਪਾਤਸ਼ਾਹ ਜੀ ਨੇ ਉਸ ਇਲਾਕੇ ਵਿੱਚ ਵਿਚਰ ਕੇ। ਹਾਂਜੀ, ਪਾੜੇ ਮਿਰਗ ਜਾਨ ਨਹਿ ਪਾਵੈ। ਪਾੜੇ ਤੇ ਮਿਰਗ ਜਿਹੜੇ ਭੱਜੇ, ਜਿਨ੍ਹਾਂ ਦੇ ਮਗਰ ਭੱਜਿਆ ਨਹੀਂ ਸੀ ਜਾ ਸਕਦਾ, ਉਹ ਫਿਰ ਗੁਰੂ ਹਰਗੋਬਿੰਦ ਸਾਹਿਬ ਦੇ ਤੀਰਾਂ ਅੱਗੇ ਭੱਜ ਨਹੀਂ ਸਕੇ ਜੀ। ਹਾਂਜੀ, ਤੀਰਨ ਤਰਕੈ ਤੁਪਕਨ ਘਾਵੈ। ਮਹਾਰਾਜ ਤੀਰਾਂ ਨਾਲ, ਬੰਦੂਕਾਂ ਨਾਲ ਉਹਨਾਂ ਨੂੰ ਉਹਨਾਂ ਜੂਨਾਂ ਤੋਂ ਮੁਕਤੀ ਦਿੱਤੀ। ਪਤਾ ਨਹੀਂ ਕਿੱਥੇ ਜਾ ਕੇ ਫਿਰ ਉਹਨਾਂ ਦਾ ਵਾਸਾ ਹੋਇਆ ਹੋਏਗਾ ਜੀ, ਕਿੰਨਾ ਉਹਨਾਂ ਦਾ ਭਲਾ ਹੋਇਆ ਹੋਏਗਾ ਜੀ। ਹਾਂਜੀ, ਬਨ ਮਹਿ ਵਿਚਰਤ ਰਹਿਤ ਬਡੇਰੇ। ਸੋ ਮਹਾਰਾਜ ਉੱਥੇ ਬੜਾ ਵੱਡਾ ਜੰਗਲ ਸੀਗਾ ਜੀ। ਹੁਣ ਵੀ ਉਸ ਇਲਾਕੇ 'ਚ ਜੰਗਲ ਹੈਗੇ ਨੇ, ਯੂਪੀ ਵਾਲੇ ਪਾਸੇ ਨਾ ਜੀ, ਹੁਣ ਵੀ ਜੰਗਲ ਹੈਗੇ ਆ। ਮਹਾਰਾਜ ਗਰੀਬ ਨਵਾਜ ਜੀ ਫਿਰ ਉੱਥੇ ਖੂਬ ਵਿਚਰੇ। ਸੰਗਤ ਆਏ ਥਿਰੈ ਵਿੱਚ ਡੇਰੇ। ਸੰਗਤਾਂ ਆ ਕੇ ਬੈਠ ਜਾਂਦੀਆਂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ। ਜਬ ਸਤਿਗੁਰ ਅਖੇਰ ਕਰ ਆਵੈ। ਸੰਗਤਾਂ ਪਹਿਲਾਂ ਹੀ ਆ ਕੇ ਬੈਠ ਜਾਂਦੀਆਂ, ਤੇ ਜਦੋਂ ਮਹਾਰਾਜ ਸ਼ਿਕਾਰ ਖੇਡ ਕੇ ਸੱਚੇ ਪਾਤਸ਼ਾਹ ਆਉਂਦੇ, ਤਬ ਸੁੰਦਰ ਦਰਸ਼ਨ ਕੋ ਪਾਵੈ। ਤੇ ਫਿਰ ਸੋਹਣੇ ਦਰਸ਼ਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਰਦੇ ਜੀ, ਜਿਨ੍ਹਾਂ ਦੇ ਦਰਸ਼ਨ ਬਹੁਤੇ ਹੀ ਸੋਹਣੇ ਨੇ, ਬਹੁਤੇ ਹੀ ਸੋਹਣੇ ਨੇ। ਹਾਂਜੀ, ਗ੍ਰਾਮਨ ਮਹਿ ਬਹੁ ਸਿੱਖ ਬਨ ਜਾਰੇ। ਧਨੀ ਵਿਸਾਲ ਕਰੈ ਵਿਵਹਾਰੇ। ਉਹਨਾਂ ਪਿੰਡਾਂ ਦੇ ਵਿੱਚ ਕੁਝ ਸਿੱਖ ਬਣਜਾਰੇ ਨੇ ਜੀ, ਵਪਾਰ ਕਰਦੇ ਆ, ਕੁਝ ਖੇਤੀਬਾੜੀ ਕਰਦੇ ਆ, ਕੁਝ ਉਂਝ ਖਾਨਦਾਨੀ ਬੜੇ ਅਮੀਰ ਹੈਗੇ ਆ ਜੀ। ਹਾਂਜੀ, ਅਰਪਹਿ ਦਰਬ ਸਰਬ ਤਹਿ ਆਨ। ਉਹ ਫਿਰ ਸਾਰੇ ਹੀ ਆ ਕੇ ਭੇਟਾ ਮਹਾਰਾਜ ਨੂੰ ਚੜਾਉਂਦੇ ਤੇ ਆਪਣਾ ਭਲਾ ਮੰਗਦੇ ਜੀ। ਹਾਂਜੀ, ਭੇਟਾ ਮਾਇਆ ਕਿੰਨੀ ਕੁ ਚੜ੍ਹਦੀ ਕੋਈ ਅੰਦਾਜ਼ਾ ਹੀ ਨਹੀਂ ਸੀ ਹੈਗਾ ਜੀ। ਹਾਂਜੀ, ਗੁਰੂ ਕਾਮਨਾ ਪੁਰੈ ਮਹਾਨ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਫਿਰ ਉਹਨਾਂ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਨੇ ਜੀ, ਉਹਨਾਂ ਦੀਆਂ ਇੱਛਾਵਾਂ ਪੂਰੀਆਂ ਕਰਦੇ ਨੇ। ਹਾਂਜੀ, ਇਸ ਪ੍ਰਕਾਰ ਦਿਨ ਕਿਤਕ ਬਿਤਾਏ। ਇਸ ਤਰੀਕੇ ਨਾਲ ਕਈ ਦਿਨ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਤੀਤ ਕੀਤੇ, ਨਾਨਕ ਮੱਤੇ ਰਹਿ ਕੇ ਜੀ। ਪੱਕਾ ਹੀ ਕੰਮ ਕੀਤਾ ਮਹਾਰਾਜ ਨੇ ਉੱਥੇ ਜੀ। ਹਾਂਜੀ, ਸਭ ਥਲ ਕੇ ਸਿੱਖ ਮੁਖ ਬੁਲਾਏ। ਤੇ ਫਿਰ ਇੱਕ ਦਿਨ ਮਹਾਰਾਜ ਨੇ ਨਾ ਜੀ ਉਸ ਇਲਾਕੇ ਦੇ ਮੁਖੀ ਸਿੱਖ, ਸਿਆਣੇ ਸਿੱਖ ਜਿਹੜੇ ਆ, ਉਹ ਆਪਣੇ ਕੋਲ ਬੁਲਾਏ ਜੀ। ਜਬ ਸਮੁਦਾਏ ਆਨ ਕਰ ਬੈਸੇ। ਤੇ ਜਦੋਂ ਉਹ ਸਾਰੇ ਸਿੱਖ ਗਰੀਬ ਨਵਾਜ ਮਹਾਰਾਜ ਜੀ ਦੇ ਇਰਦ ਗਿਰਦ ਆ ਕੇ ਬੈਠ ਗਏ, ਸ਼੍ਰੀ ਹਰਗੋਬਿੰਦ ਉਚਰਿਓ ਐਸੀ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ।
ਤੇ ਪਿਆਰ ਨਾਲ ਕਹੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਫਿਰ ਆਪਣੇ ਮੁਖ ਤੋਂ ਸਾਰਿਆਂ ਨੂੰ ਆਖਿਆ। ਕਿਹਨਾਂ ਨੂੰ ਆਖਿਆ ਜੀ? ਮੁਖੀ ਸਿੱਖਾਂ ਨੂੰ ਜੀ। ਹਾਂਜੀ। ਪ੍ਰਥਮ ਗੁਰੂ ਕੋ ਇਹ ਅਸਥਾਨ। ਮਹਾਰਾਜ ਕਹਿੰਦੇ ਸਿੱਖੋ, ਇਹ ਸਾਡੇ ਪਹਿਲੇ ਸਤਿਗੁਰੂ, ਵੱਡੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਅਸਥਾਨ ਹੈ। ਹਾਂਜੀ। ਦਰਸ਼ਨ ਕੋ ਫਲ ਪੁੰਨ ਮਹਾਨ। ਇਸ ਅਸਥਾਨ ਦੇ ਜਿਹੜਾ ਦਰਸ਼ਨ ਕਰੇਗਾ ਉਹਦੇ ਫਲ ਕੀ ਹੋਏਗਾ? ਉਹਦੇ ਪੁੰਨਾਂ 'ਚ ਵਾਧਾ ਹੋ ਜਾਏਗਾ ਜੀ। ਪੁੰਨਾਂ ਕਰਕੇ ਸੁੱਖ ਮਿਲਦਾ ਜੀ ਬੰਦੇ ਨੂੰ, ਪਾਪ ਕਰਕੇ ਦੁੱਖ ਮਿਲਦਾ ਜੀ। ਤੇ ਵੈਸੇ ਸੰਗਤ ਜੀ ਭੱਟ ਜੀ ਕਹਿੰਦੇ ਜਿਹੜਾ ਆਪਣੀ ਜੀਭ ਤੋਂ ਕਵੇ ਧੰਨ ਗੁਰੂ ਨਾਨਕ ਦੇਵ ਜੀ, ਉਹਦੇ ਵੀ ਬੜੇ ਪੁੰਨ ਵੱਧ ਜਾਂਦੇ ਨੇ ਜੀ। ਕਹੋ ਸਾਰੇ ਫਿਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਸਾਡੇ ਵੱਡੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਅਸਥਾਨ ਹੈ। ਇੱਥੋਂ ਦੇ ਜਿਹੜਾ ਦਰਸ਼ਨ ਕਰੇਗਾ ਉਹਦਾ ਫਲ ਇਹ ਮਿਲੇਗਾ ਵੀ ਉਹਦੇ ਪੁੰਨ ਵੱਧ ਜਾਣਗੇ ਬਹੁਤ ਜ਼ਿਆਦਾ। ਹਾਂਜੀ। ਅਗ ਔਗਨ ਹਰਤਾ ਉਰ ਧਰੀਐ। ਤੇ ਜਿਹੜਾ ਇੱਥੇ ਸ਼ਰਧਾ ਰੱਖੇਗਾ, ਸੇਵਾ ਕਰੇਗਾ, ਉਹਦੇ ਕੀਤੇ ਹੋਏ ਪਾਪ ਵੀ ਦੂਰ ਹੋ ਜਾਣਗੇ। ਹੁਣ ਆਪਾਂ ਤੇ ਗੁਰੂ ਜੀ ਦਾ ਬਚਨ ਵੇਖਣਾ, ਜੇ ਬਚਨ ਹੋ ਗਿਆ ਤੇ ਪਾਪ ਦੂਰ ਹੋਣਗੇ ਜੀ। ਹਾਂਜੀ। ਪੁਰਬ ਦਿਵਸ ਕੇ ਮੇਲਾ ਕਰੀਏ। ਇਸ ਕਰਕੇ ਤੁਸੀਂ ਹੋ ਇਸ ਇਲਾਕੇ ਦੇ ਮੁਖੀ ਸਿੱਖ। ਜਦੋਂ ਕੋਈ ਦਿਨ ਤਿਉਹਾਰ ਆਵੇ ਇਸ ਜਗ੍ਹਾ ਇਕੱਠੇ ਹੋ ਕੇ ਮੇਲਾ ਕਰਨਾ ਸਾਰਿਆਂ ਨੇ। ਹਾਂਜੀ। ਸਤਿਗੁਰ ਸ਼ਬਦ ਪਠੋ ਅਰ ਸੁਣੀਐ। ਤੇ ਮੇਲੇ ਦਾ ਕੀ ਮਤਲਬ ਹੁੰਦਾ ਜੀ? ਝੂਟੇ ਪੰਘੂੜੇ ਜੀ? ਨਹੀਂ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਸਤਿਗੁਰ ਸ਼ਬਦ ਪਠੋ ਅਰ ਸੁਣੀਐ ਹੈ। ਇਕੱਠੇ ਹੋ ਕੇ ਸੰਗਰਾਂਦ ਤੇ, ਮੱਸਿਆ ਤੇ, ਪੁੰਨਿਆਂ ਤੇ, ਗੁਰਪੁਰਬਾਂ ਵਾਲੇ ਦਿਨ ਇਕੱਠੇ ਹੋ ਕੇ ਬਾਣੀ ਦੇ ਸ਼ਬਦ ਪੜ੍ਹਨੇ ਨੇ ਤੇ ਬਾਣੀ ਦੇ ਸ਼ਬਦ ਸੁਣਨੇ ਨੇ ਪਿਆਰ ਨਾਲ। ਹਾਂਜੀ। ਕਰੋ ਕੀਰਤਨ ਨਿਰਮਲ ਬਣੀਐ ਹੈ। ਕੀਰਤਨ ਕਰਿਆ ਕਰਿਓ ਤੇ ਨਾਲੇ ਸ਼ਬਦ ਪੜ੍ਹਿਆ ਕਰੋ ਤੇ ਨਿਰਮਲ ਬਣੋਗੇ, ਪਵਿੱਤਰ ਜੀਵਨ ਵਾਲੇ ਬਣੋਗੇ ਤੁਸੀਂ। ਹਾਂਜੀ। ਬਿਗਨ ਉਠਾਵਹਿ ਕੋ ਇਤ ਆਏ। ਨਿਰਵਾਰੋ ਮਿਲ ਕਰ ਸਮੁਦਾਏ। ਹਾਂ। ਨਾਲੇ ਮਹਾਰਾਜ ਨੇ ਫਿਰ ਇਹ ਵੀ ਕੰਮ ਆਖਿਆ। ਮਹਾਰਾਜ ਕਹਿੰਦੇ ਜੇ ਕੋਈ ਲਵੇ ਪੰਗਾ, ਕੋਈ ਬਿਗਨ ਉਠਾਵੇ ਇਸ ਥਾਂ ਬਾਰੇ ਤਾਂ ਇਕੱਠੇ ਹੋ ਕੇ ਮਹਾਰਾਜ ਕਹਿੰਦੇ ਉਹਨੂੰ ਪੈ ਜਿਆ ਕਰਿਓ। ਫਿਰ ਕਹਿਣ ਲੱਗੇ ਇਹ ਗੁਰੂ ਜੀ ਦੀ ਜਗ੍ਹਾ ਹੈਗੀ ਹੈ। ਕਹਿਣ ਲੱਗੇ ਹਾਂਜੀ। ਸੁਨ ਗੁਰ ਤੇ ਸਭ ਹੂਨ ਬਖਾਨੀ। ਅਬ ਤੇ ਕਰੈ ਕਹੀ ਜਿਮ ਬਾਣੀ। ਤੇ ਸੁਣ ਕੇ ਫਿਰ ਸਾਰਿਆਂ ਨੇ ਕੀ ਕਹਿਣਾ ਸੀਗਾ? ਸਤ ਬਚਨ ਆਖੋ ਵਾਹਿਗੁਰੂ। ਉਹ ਜਿੰਨੇ ਸਿੱਖ ਆਏ ਕਹਿੰਦੇ ਮਹਾਰਾਜ ਜੀ ਸਤ ਬਚਨ। ਤੁਸੀਂ ਵੀ ਕਹੋ ਸਾਰੇ ਸਤ ਬਚਨ। ਮਹਾਰਾਜ ਇਸੇ ਤਰ੍ਹਾਂ ਹੀ ਹੋਏਗਾ ਸੱਚੇ ਪਾਤਸ਼ਾਹ। ਹਾਂਜੀ। ਜਿਸ ਪ੍ਰਕਾਰ ਕਰੋ ਕਲਿਆਣ। ਜਿਸ ਪ੍ਰਕਾਰ ਹਮਰੋ ਕਲਿਆਣ। ਤਿਮ ਤੁਮ ਹਮ ਸੋ ਕਰਤ ਬਖਾਨ। ਸੱਚੇ ਪਾਤਸ਼ਾਹ ਤੁਸੀਂ ਸਾਨੂੰ ਕਹਿਣਾ ਹੀ ਉਹ ਹੈ ਜਿਹਦੇ ਵਿੱਚ ਸਾਡਾ ਭਲਾ ਹੋਣਾ ਹੈ। ਮਹਾਰਾਜ ਤਾਂ ਉਹੀ ਗੱਲ ਕਹਿੰਦੇ ਆ ਜਿਹਦੇ ਵਿੱਚ ਸਾਡਾ ਭਲਾ ਹੋਣਾ ਹੁੰਦਾ। ਬੰਦਾ ਹੀ ਨਹੀਂ ਸਮਝਦਾ ਸੰਗਤ ਜੀ, ਬੰਦਾ ਹੀ ਨਹੀਂ ਇਹ ਗੱਲ ਮੰਨਦਾ। ਗੁਰੂ ਜੀ ਤਾਂ ਭਲਾ ਹੀ ਕਰਦੇ ਆ ਜੀ। ਬ੍ਰਹਮ ਗਿਆਨੀ ਕਿਆ ਹੋਏ ਸੋ ਭਲਾ। ਸਿੱਖ ਕਹਿੰਦੇ ਮਹਾਰਾਜ ਤੁਸੀਂ ਤਾਂ ਗੱਲ ਹੀ ਉਹ ਕਰਨੀ ਹੈ ਜਿਹਦੇ ਵਿੱਚ ਸਾਡਾ ਭਲਾ ਹੋਏਗਾ। ਹਾਂਜੀ। ਅਬ ਤੇ ਸਾਧ ਫਕੀਰੀ ਬੇਸ। ਰਹਿ ਇਹਾਂ ਬੋਲੇ ਜਗਤੇਸ਼। ਗੁਰੂ ਹਰਗੋਬਿੰਦ ਸਾਹਿਬ ਸਾਰਿਆਂ ਨੂੰ ਕਹਿਣ ਲੱਗੇ ਭਾਈ ਅੱਜ ਤੋਂ ਇਹ ਅਲਮਸਤ ਸਿੱਖ ਸਾਧੂ ਇੱਥੇ ਹੀ ਰਿਹਾ ਕਰੂ। ਕਹਿਣ ਲੱਗੇ ਇਹ ਇੱਥੇ ਹੀ ਰਹਿਣਗੇ। ਹਾਂਜੀ। ਪੁੰਨ ਅਲਮਸਤ ਸਾਧ ਕੋ ਧੀਰ। ਦੇ ਕਰ ਭਲੇ ਗੁਰੂ ਬਰਬੀਰ। ਫਿਰ ਸਾਧੂ ਅਲਮਸਤ ਜੀ ਨੂੰ ਵੀ ਗੁਰੂ ਜੀ ਨੇ ਧੀਰਜ ਦਿੱਤਾ। ਪੁੰਨ ਅਲਮਸਤ ਸਾਧ ਕੋ ਧੀਰ। ਦੇ ਕਰ ਭਲੇ ਗੁਰੂ ਬਰਬੀਰ। ਮਹਾਰਾਜ ਨੇ ਪਤਾ ਕੀ ਕੀਤਾ ਜੀ? ਗੁਰੂ ਸਾਹਿਬ ਨੇ ਵਰ ਵੀ ਦਿੱਤੇ ਜੀ। ਫਿਰ ਅਲਮਸਤ ਜੀ ਨੂੰ ਜੀ ਦੇਣਾ ਹੀ ਪੈਣਾ ਜੇ ਉਸ ਸਥਾਨ ਤੇ ਬਿਠਾਏ। ਵਰ ਦੇਣਗੇ ਤੇ ਗੱਲ ਬਣੇਗੀ ਜੀ। ਹਾਂਜੀ। ਆਪਣੇ ਦੇਸ਼ ਚੱਲਣ ਕੇ ਹੇਤ। ਕਰਿਓ ਸਭਨ ਸੋ ਬਨੋ ਸੁਚੇਤ। ਹਜੂਰ ਮਹਾਰਾਜ ਗਰੀਬ ਨਵਾਜ ਜੀ ਨੇ ਵਰ ਦਿੱਤੇ ਅਲਮਸਤ ਜੀ ਇਹ ਲੋਕ ਤੁਹਾਨੂੰ ਮੰਨਿਆ ਕਰਨਗੇ। ਤੁਸੀਂ ਇੱਥੋਂ ਦੀ ਸੇਵਾ ਕਰਨੀ ਹੈ। ਤੁਹਾਡੇ ਬੋਲ ਕਦੀ ਖਾਲੀ ਨਹੀਂ ਜਾਇਆ ਕਰਨਗੇ। ਜੋ ਬੋਲਿਆ ਕਰੋਗੇ ਉਹ ਪੂਰਾ ਹੋਇਆ ਕਰੇਗਾ।
ਅਲਮਸਤਰੀ ਨੂੰ ਵਰ ਦਿੱਤੇ ਸੱਚੇ ਪਾਤਸ਼ਾਹ ਜੀ ਨੇ। ਆਪਣੇ ਦੇਸ਼ ਚਲਨ ਕੇ ਖੇਤ ਕਹਿਓ ਸਭਿਨ ਸੋ ਬਨਹੁ ਸੁਚੇਤ। ਮਹਾਰਾਜ ਕਹਿੰਦੇ ਹੁਣ ਸੁਚੇਤ ਰਹਿਣਾ, ਅਸੀਂ ਆਪਣੇ ਦੇਸ਼ ਚੱਲੇ ਆ। ਹਾਂਜੀ। ਤਿਸ ਥਲ ਥਿਰ ਹੋਏ ਕਰ ਅਰਦਾਸ, ਅਬ ਬੰਧਨ ਚਿਤ ਧਰੇ ਹੁਲਾਸ। ਉਸ ਜਗ੍ਹਾ ਫਿਰ ਰੁੱਖ ਦੇ ਅੱਗੇ ਖਲੋ ਕੇ ਗੁਰੂ ਨਾਨਕ ਸਾਹਿਬ ਜੀ ਦੇ ਮਹਾਨ ਪਵਿੱਤਰ ਉਸ ਅਸਥਾਨ ਤੇ ਖਲੋ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਰਦਾਸ ਬੇਨਤੀ ਕੀਤੀ ਜੀ। ਤੇ ਜਿਹੜੇ ਕਹਿੰਦੇ ਨਾ ਉਹਨਾਂ ਨੂੰ ਮੱਥਾ ਨਹੀਂ ਟੇਕਣਾ ਜੀ, ਗੁਰੂ ਗ੍ਰੰਥ ਸਾਹਿਬ ਜੀ ਨੂੰ ਕੇਵਲ ਮੱਥਾ ਟੇਕਣਾ, ਹੋਰ ਕਿਸੇ ਰੁੱਖ ਨੂੰ ਮੱਥਾ ਨਹੀਂ ਟੇਕਣਾ, ਕਿਸੇ ਅਸਥਾਨ ਨੂੰ, ਕਿਸੇ ਥੜੇ ਨੂੰ ਮੱਥਾ ਨਹੀਂ ਟੇਕਣਾ। ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਤਾਂ ਸਾਡੇ ਗੁਰੂ ਨੇ, ਇਹਨਾਂ ਨੂੰ ਤਾਂ ਟੇਕਣਾ ਹੀ ਟੇਕਣਾ, ਇਹਨਾਂ ਤੋਂ ਬਗੈਰ ਆਪਣਾ ਆਸਰਾ ਹੀ ਨਹੀਂ ਹੈਗਾ। ਪਰ ਜਿਹੜੀਆਂ ਗੁਰੂ ਜੀ ਦੀਆਂ ਨਿਸ਼ਾਨੀਆਂ ਉਹਨਾਂ ਨੂੰ ਵੀ ਮੱਥਾ ਟੇਕਣਾ ਹੈ ਜੀ, ਸਾਡਾ ਭਲਾ ਹੋਏਗਾ ਜੀ। ਮਹਾਰਾਜ ਉਸ ਜਗ੍ਹਾ ਖਲੋ ਕੇ ਮੱਥਾ ਟੇਕਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਹਾਂਜੀ। ਹਾਏ ਅਰੋਹੋ ਸਤਿਗੁਰ ਮਗ ਚਾਲੇ, ਹੈ ਅਰੋ ਸਤਿਗੁਰ ਮਗ ਚਾਲੇ। ਘੋੜੇ ਤੇ ਸਵਾਰ ਹੋ ਕੇ ਸੱਚੇ ਪਾਤਸ਼ਾਹ ਮਹਾਰਾਜ ਫਿਰ ਰਸਤੇ ਪੈ ਗਏ। ਕਰ ਕਰ ਬੰਧਨ ਨਰਗਨ ਮਿਲੇ। ਤੇ ਰਸਤੇ 'ਚ ਫਿਰ ਬੜੇ ਸਿੱਖ ਪ੍ਰੇਮੀ ਗੁਰੂ ਜੀ ਨੂੰ ਮਿਲ ਰਹੇ ਨੇ। ਪੂਰੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਾਨਕ ਮੱਤਾ ਸਾਹਿਬ ਜੀ ਦੀ ਜਿਹੜੀ ਵਡਿਆਈ ਹੈ ਉਹ ਹੋਰ ਵਧਾ ਦਿੱਤੀ ਜੀ। ਕੀ ਆਖਿਆ? ਜਿਹੜਾ ਨਾਨਕ ਮੱਤੇ ਦੇ ਕਰੇਗਾ ਦਰਸ਼ਨ, ਉਹਦੇ ਪੁੰਨਾਂ 'ਚ ਵਾਧਾ ਹੋਵੇਗਾ, ਉਹਦੇ ਚੰਗੇ ਪੁੰਨ ਬਣ ਜਾਣਗੇ, ਉਹਦੇ ਭਾਗ ਚੰਗੇ ਬਣ ਜਾਣਗੇ। ਇਹ ਪੂਰੇ ਗੁਰੂ ਜੀ ਦੀ ਵਡਿਆਈ ਹੈ। ਆਖੋ ਸਾਰੇ, ਗੁਰਪੂਰਾ ਮੇਰਾ ਗੁਰਪੂਰਾ, ਗੁਰਪੂਰਾ ਮੇਰਾ ਗੁਰਪੂਰਾ, ਗੁਰਪੂਰਾ ਮੇਰਾ ਗੁਰਪੂਰਾ, ਗੁਰਪੂਰਾ ਮੇਰਾ ਗੁਰਪੂਰਾ, ਗੁਰਪੂਰਾ ਮੇਰਾ ਗੁਰਪੂਰਾ। ਸਾਰਿਆਂ ਨੂੰ ਖੁਸ਼ ਕਰਕੇ ਸਭਿਨ ਕਹੋ ਹਰ ਖਾਏ ਸੋ ਆਛੇ, ਪ੍ਰਸਥਾਨੇ ਕੁਛ ਸੈਨਾ ਪਾਛੇ। ਖੁਸ਼ ਕਰਕੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਅੱਗੇ ਵਧੇ। ਕੁਝ ਫੌਜਾਂ ਗੁਰੂ ਜੀ ਦੇ ਪਿੱਛੇ ਪਿੱਛੇ ਆ ਰਹੀਆਂ ਹਨ। ਕ੍ਰਮ ਕਰ ਮਗ ਉਲੰਘਣ ਕਰਿਓ, ਹੌਲੀ ਹੌਲੀ ਸੱਚੇ ਪਾਤਸ਼ਾਹ ਜੀ ਰਸਤਾ ਤੈਅ ਕਰ ਰਹੇ ਹਨ। ਆਏ ਸੁਰਸਰੀ ਨੀਰ ਨ ਹਰਿਓ, ਸੋ ਕਰਦਿਆਂ ਕਰਦਿਆਂ ਗੰਗਾ ਤੱਕ ਸੱਚੇ ਪਾਤਸ਼ਾਹ ਮਹਾਰਾਜ ਪਹੁੰਚੇ ਜੀ। ਤਟ ਪ੍ਰਵਾਹ ਕੇ ਡੇਰਾ ਪਾਏ, ਗੰਗਾ ਜੀ ਦੇ ਕਿਨਾਰੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਸਣ ਲਾ ਲਿਆ। ਜਲ ਮਹਿ ਕ੍ਰੀੜਤ ਆਨੰਦ ਉਪਾਏ, ਆਨੰਦ ਦੇ ਨਾਲ ਮਹਾਰਾਜ ਗਰੀਬ ਨਵਾਜ ਗੰਗਾ ਜੀ ਦੇ ਵਿੱਚ ਪ੍ਰਵੇਸ਼ ਹੋ ਕੇ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੰਗਾ ਜੀ ਨੂੰ ਆਪਣੇ ਚਰਨ ਸਪਰਸ਼ ਕਰਾਏ ਤੇ ਪਵਿੱਤਰ ਕੀਤਾ ਜੀ। ਕੁਝ ਸਮਾਂ ਗੰਗਾ ਜੀ ਦੇ ਵਿੱਚ ਹੀ ਰਹੇ ਸੱਚੇ ਪਾਤਸ਼ਾਹ। ਤੁਸੀਂ ਸੁਣੀ ਨਾ ਗੁਰੂ ਅਮਰਦਾਸ ਜੀ ਦੀ ਕਥਾ, ਗੰਗਾ ਜੀ ਪੁਕਾਰਾਂ ਕਰ ਰਹੇ ਸੀ, ਸੱਚੇ ਪਾਤਸ਼ਾਹ ਮੇਰੇ 'ਚ ਆ ਕੇ ਚਰਨ ਪਾਓ, ਮਹਾਰਾਜ ਮੈਨੂੰ ਪਵਿੱਤਰ ਕਰੋ। ਗੰਗਾ ਜਮਨਾ ਸਰਸਤੀ ਗੋਦਾਵਰੀ ਤੇ ਕਰਖੇ ਉਦਮ ਧੂਰ ਸਾਧੂ ਕੀ ਤਾਈ। ਮਹਾਰਾਜ ਜੀ ਨੇ ਪਵਿੱਤਰ ਕੀਤਾ ਗੰਗਾ ਜੀ ਨੂੰ ਜੀ। ਵਿਧਿਆ ਜੇਠਾ ਆਦਿਕ ਸਾਰੇ, ਬਾਬਾ ਬਿਧੀ ਚੰਦ ਜੀ, ਬਾਬਾ ਜੇਠਾ ਜੀ, ਹੋਰ ਵੀ ਜਿੰਨੇ ਸਿੱਖ ਹਨ ਸਾਰੇ। ਗੁਰ ਪਾਛੇ ਬਰ ਗੰਗ ਮਝਾਰੇ, ਉਹਨਾਂ ਵੀ ਫਿਰ ਗੰਗਾ ਜੀ ਦੇ ਵਿੱਚ ਆਨੰਦ ਨਾਲ ਇਸ਼ਨਾਨ ਪਾਨ ਕੀਤਾ। ਇਤ ਉਤ ਪੈਰਤ ਬੇਗ ਕਰਨ ਤੇ, ਤੈਰੇ ਵੀ ਜੀ, ਫਿਰ ਜੀ ਤੈਰੇ ਵੀ, ਤੈਰਣਾ ਕੀਤਾ। ਨਿਰਮਲ ਜਲ ਤੇ ਉਰ ਹਰ ਖੰਤੇ, ਤੇ ਸਾਫ਼ ਨਿਰਮਲ ਪਵਿੱਤਰ ਸ਼ੁੱਧ ਜਲ, ਮਨ ਮੈਂ ਬੜਾ ਖੁਸ਼ ਹੋਇਆ। ਇਤਨੇ ਮਹਿ ਸੁਨ ਦਿਜ ਗਨ ਆਏ, ਇੰਨੇ ਚਿਰ ਨੂੰ ਉੱਥੋਂ ਦੇ ਬ੍ਰਾਹਮਣਾਂ ਨੂੰ ਪਤਾ ਲੱਗਾ ਵੀ ਗੁਰੂ ਜੀ ਇੱਥੇ ਆਏ ਹਨ। ਜਾਂਚ ਗੁਰੂ ਤੇ ਧਨ ਬਹੁ ਪਾਏ, ਉਹ ਕਹਿੰਦੇ ਮਹਾਰਾਜ ਸਾਨੂੰ ਵੀ ਕੁਝ ਦਿਓ।
ਮਹਾਰਾਜ ਕਹਿੰਦੇ ਤੁਹਾਨੂੰ ਕੀ ਚਾਹੀਦਾ? ਕਹਿੰਦੇ ਮਾਇਆ ਚਾਹੀਦੀ ਹੈ। ਪੂਰੇ ਗੁਰੂ ਕੋਲੋਂ ਨਾਮ ਨਹੀਂ ਮੰਗਿਆ, ਮਾਇਆ ਹੀ ਮੰਗੀ ਜੀ ਉਹਨਾਂ ਨੇ। ਮਹਾਰਾਜ ਜੀ ਨੇ ਮਾਇਆ ਦਿੱਤੀ। ਕੀਰਤ ਕਰਤ ਸਦਨ ਕੋ ਗਏ। ਉਹ ਮਹਾਰਾਜ ਜੀ ਦਾ ਜਸ ਕਰਦੇ ਹੋਏ ਬੜੇ ਵੱਡੇ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ, ਹਾਂਜੀ, ਕੀਰਤੀ ਕਰਦੇ ਹੋਏ ਆਪਣੇ ਘਰ ਨੂੰ ਗਏ। ਇਨ ਸਮਦਾਤਾ ਨਹਿ ਦ੍ਰਿਸ਼ਟਏ। ਕਿਉਂ? ਮਾਇਆ ਮਹਾਰਾਜ ਨੇ ਖੁੱਲੀ ਦਿੱਤੀ ਨਾ, ਕਹਿੰਦੇ ਇਹਨਾਂ ਵਰਗਾ ਨਹੀਂ ਕੋਈ ਹੈਗਾ। ਔਰ ਹੈ ਖੁੱਲੀ ਮਾਇਆ ਦਿੱਤੀ ਸਾਨੂੰ। ਹਾਂਜੀ, ਜਿਨਹੁ ਦਾਨ ਸਤਿਗੁਰ ਤੇ ਪਾਇਓ, ਦਾਰਿਦ ਸਗਰੀ ਬੈਸ ਗਵਾਇਓ। ਵਾਹ ਵਾਹ ਵਾਹ, ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਫਿਰ ਪੰਕਤੀਆਂ ਪੜ੍ਹ ਦਿਓ। ਜਿਨਹੁ ਦਾਨ ਸਤਿਗੁਰ ਤੇ ਪਾਇਓ, ਹਾਂਜੀ, ਦਾਰਿਦ ਸਗਰੀ ਬੈਸ ਗਵਾਇਓ। ਕਹਿੰਦੇ ਮਹਾਰਾਜ ਨੇ ਇੰਨਾ ਖੁੱਲਾ ਦਾਨ ਦਿੱਤਾ, ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਕੋਲੋਂ ਉਸ ਸਮੇਂ ਦਾਨ ਲਿਆ, ਉਹਨਾਂ ਦੀ ਸਾਰੀ ਉਮਰ ਦੀ ਗਰੀਬੀ ਦੂਰ ਹੋ ਗਈ ਜੀ। ਮੁੜ ਕਿਸੇ ਕੋਲੋਂ ਦਾਨ ਮੰਗਣਾ ਹੀ ਨਹੀਂ ਪਿਆ ਉਹਨਾਂ ਨੂੰ ਜੀ। ਹਾਂਜੀ, ਦਾਤਾ ਉਹ ਨਾ ਮੰਗਿਆ ਫਿਰ ਮੰਗਣ ਜਾਈਆ। ਹਾਂਜੀ, ਮਹਾਰਾਜ ਗਰੀਬ ਨਵਾਜ ਜੀ ਨੇ ਸਾਰੀ ਉਮਰ ਲਈ ਉਹਨਾਂ ਦੀ ਗਰੀਬੀ ਦੂਰ ਕਰ ਦਿੱਤੀ। ਜਿਸ ਕੋ ਦੇਤੇ ਕਰਤ ਨਿਹਾਲਾ। ਕਹਿੰਦੇ ਜਿਹਨੂੰ ਮਹਾਰਾਜ ਦਾਨ ਦਿੰਦੇ ਨਾ ਗੁਰੂ ਹਰਗੋਬਿੰਦ ਸਾਹਿਬ, ਉਹਨੂੰ ਕੀ ਕਰ ਦਿੰਦੇ ਆ? ਨਿਹਾਲ ਕਰ ਦਿੰਦੇ ਸੱਚੇ ਪਾਤਸ਼ਾਹ। ਪਸਰਿਓ ਜਹ ਕਹਿ ਸੋ ਜਸ ਉਜਾਲਾ। ਜਿੱਥੇ ਕਿਥੇ ਨਹੀਂ ਇਹ ਜਸ ਫੈਲ ਗਿਆ ਵੀ ਗੁਰੂ ਹਰਗੋਬਿੰਦ ਸਾਹਿਬ ਤੇ ਦਾਨ ਦੇ ਕੇ ਨਿਹਾਲ ਹੀ ਕਰ ਦਿੰਦੇ ਆ। ਮਨ ਭਾਵਤ ਗੁਰ ਕਰੇ ਬਿਲਾਸਾ, ਰਹੇ ਕਿਤਕ ਦਿਨ ਸੁਰਸਰ ਪਾਸਾ। ਮਨ ਭਾਉਂਦੇ ਬਿਲਾਸ ਮਹਾਰਾਜ ਜੀ ਨੇ ਕੀਤੇ ਤੇ ਕੁਝ ਦਿਨ ਫਿਰ ਉੱਥੇ ਹੀ ਰਹੇ ਮਹਾਰਾਜ। ਚੜੇ ਤਹਾਂ ਤੇ ਚੱਲੇ ਅਗਾਰੀ, ਸਨੇ ਸਨੇ ਵਾਹਨ ਸੁਖ ਧਾਰੀ। ਉਥੋਂ ਫਿਰ ਮਹਾਰਾਜ ਅੱਗੇ ਚੱਲ ਪਏ, ਰੱਥਾਂ ਤੇ ਚੜ ਕੇ, ਘੋੜਿਆਂ ਤੇ ਚੜ ਕੇ, ਸਵਾਰੀਆਂ ਤੇ ਚੜ ਕੇ। ਆਈ ਸ਼ਮਾ ਮਲ ਵਾਰੀ ਵਾਰੀ। ਆਈ ਸ਼ਿਆਮਲ ਵਾਰੀ ਵਾਰੀ, ਆਖੋ ਵਾਹਿਗੁਰੂ ਵਾਹਿਗੁਰੂ। ਫਿਰ ਕਾਲੇ ਰੰਗ ਵਾਲੀ ਨਦੀ ਜਮਨਾ ਦੀ ਵਾਰੀ ਆਈ। ਸ੍ਰੀ ਜਮਨਾ ਪਾਵਨ ਅਗਹਾਰੀ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਸ੍ਰੀ ਜਮਨਾ ਜੀ ਦੇ ਵਿੱਚ ਵੀ ਚਰਨ ਪਾ ਕੇ ਉਹਨਾਂ ਨੂੰ ਵੀ ਪਵਿੱਤਰ ਕੀਤਾ। ਤਟ ਡੇਰਾ ਕਰ ਤਹਾਂ ਨਹਾਏ। ਉੱਥੇ ਆਸਣ ਲਾ ਕੇ ਖੂਬ ਮਹਾਰਾਜ ਨੇ ਜਮਨਾ ਵਿੱਚ ਵੀ ਇਸ਼ਨਾਨ ਕੀਤਾ। ਦਿਓ ਦਾਨ ਦਿਜ ਕੋ ਚੱਲ ਆਏ। ਉੱਥੇ ਵੀ ਦਿਜ ਬ੍ਰਾਹਮਣ ਚੱਲ ਕੇ ਆਏ ਤੇ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਵੀ ਖੂਬ ਦਾਨ ਦਿੱਤਾ। ਪਰੇ ਪਾਰ ਗੁਣ ਸੈਨ ਸਮੇਤਾ। ਤੇ ਫਿਰ ਮਹਾਰਾਜ ਜਮਨਾ ਵੀ ਪਾਰ ਕਰ ਗਏ। ਆਗੇ ਗਮਨੇ ਹੋਏ ਸੁਚੇਤਾ। ਸੋ ਮਹਾਰਾਜ ਗਰੀਬ ਨਵਾਜ ਸੁਚੇਤ ਹੋ ਕੇ ਅੱਗੇ ਆ ਗਏ ਥਾਨੇਸਰ ਵਾਲੀ ਜਗ੍ਹਾ ਤੇ। ਉਹ ਪ੍ਰਸੰਗ ਆਪਾਂ ਕੱਲ ਨੂੰ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। 2-4 ਵਾਰ ਪੰਕਤੀ ਪੜੋ ਫਿਰ ਅਰਦਾਸ ਖਿਮਾ ਮੰਗੇ। ਗੁਰਪੂਰਾ ਮੇਰਾ ਗੁਰਪੂਰਾ, ਗੁਰਪੂਰਾ ਮੇਰਾ ਗੁਰਪੂਰਾ, ਗੁਰਪੂਰਾ ਮੇਰਾ ਗੁਰਪੂਰਾ, ਗੁਰਪੂਰਾ ਮੇਰਾ ਗੁਰਪੂਰਾ ਮੇਰਾ ਗੁਰਪੂਰਾ, ਗੁਰਪੂਰਾ ਮੇਰਾ ਗੁਰਪੂਰਾ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।